ਦੋਹਰਾ ਇਕ ਦਿਨ ਬੈਠੇ ਸਤਿਗੁਰੂ, ਇਕ ਲੜਕਾ ਤੈਂ ਆਏ। ਕਰ ਬੰਧਨ ਸਨਮੁਖ ਖਰਿਓ, ਸੁੰਦਰ ਅੰਗ ਸਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਆ, ਘਰ ਨਾਉ ਨਿਧ ਆਵੈ ਧਾਏ। ਸਭ ਥਾਈਂ ਹੋਏ ਸਹਾਈ, ਐਸੇ ਦੀਨ ਦਇਆਲ ਪਾਤਸ਼ਾਹ ਪਰਉਪਕਾਰੀ ਸਤਿਗੁਰੂ ਪਿਆਰ ਤਿਆਗ ਅਨੁਰਾਗ ਦੀ ਮੂਰਤ, ਤੇਗ ਦੇ ਧਨੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ, ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿਖੇ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਹਸਤੀ ਮੁਕੱਦਸ ਆਵਾਜ਼ ਸ਼ਬਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਿਛਲੇ ਪਹਿਰ ਦੇ ਸਜੇ ਹੋਏ ਸੁੰਦਰ ਸੱਚਖੰਡ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਸਤਿਗੁਰਾਂ ਜੀ ਦੇ ਪਰਮ ਪਿਆਰ ਵਿੱਚ ਪਰੋਤੀ ਹੋਈ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਯੋਗ ਹੋ ਜੋ ਆਪ ਜੀ ਨਿਤਾ ਪ੍ਰਤ ਗੁਰ ਚਰਨਾਂ ਦੇ ਵਿੱਚ ਜੁੜ ਕਰਕੇ ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਨੂੰ ਸਰਵਨ ਕਰਕੇ ਜੀਵਨ ਔਰ ਸਵਾਸਾਂ ਨੂੰ ਸਫਲ ਬਣਾਉਂਦੇ ਹੋ। ਬਹੁਤ ਪ੍ਰੇਮ ਵਿੱਚ ਭਿੱਜ ਕਰਕੇ ਰਾਗੀ ਸਿੰਘ ਰਵੀ ਬਾਣੀ ਦੇ ਸ਼ਬਦ ਕੀਰਤਨ ਗਾਇਨ ਕਰ ਰਹੇ ਸੀ। ਆਪ ਸਮੁੱਚੀਆਂ ਸੰਗਤਾਂ ਦੇਵਤਿਆਂ ਵਤ ਸਮਾਧੀਆਂ ਲਾ ਕੇ ਮੰਤਰ ਮੁਗਧ ਹੋਏ ਰਬੀ ਬਾਣੀ ਦੇ ਸ਼ਬਦ ਕੀਰਤਨ ਸਰਵਨ ਕਰ ਰਹੇ ਸੀ। ਉਪਰੰਤ ਸਮਾਂ ਬਣਿਆ ਹੈ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਦਾ। ਕੱਲ ਦੇ ਪ੍ਰਕਰਣ ਅੰਦਰ ਆਪ ਜੀਆਂ ਨੇ ਸਰਵਣ ਕੀਤਾ ਸੀ ਬਾਰਿਸ਼ਾਂ ਦੇ ਨਾਂ ਪੈਣ ਕਰਕੇ ਜਿਹੜੀ ਕਾਲ ਵਰਗੀ ਨਾਵਤ ਸਮਾਂ ਪਿਆ, ਐਸਾ ਸਮਾਂ ਬਣਿਆ। ਇਧਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਵਿਖੇ ਸਤਿਗੁਰਾਂ ਦੇ ਪਾਵਨ ਅਸਥਾਨ ਤੇ ਨਿਤਾ ਪ੍ਰਤ ਅਟੁੱਟ ਲੰਗਰ ਵਰਤਦੇ। ਬਹੁਤ ਸਾਰੀਆਂ ਦੇਗਾਂ ਤਿਆਰ ਹੁੰਦੀਆਂ, ਸੰਗਤਾਂ ਆ ਕੇ ਇੱਥੇ ਪਹੁੰਚ ਕਰਕੇ ਜਿੰਨੇ ਵੀ ਲੋੜਵੰਦ ਹਨ ਉਹ ਗੁਰੂ ਕੇ ਲੰਗਰਾਂ ਦੇ ਵਿੱਚੋਂ ਭੋਜਨ ਪ੍ਰਸ਼ਾਦ ਛਕਦੇ।
ਬਹੁਤ ਦੂਰ ਦੂਰ ਤੱਕ ਇਹ ਖਬਰ ਫੈਲ ਗਈ ਕਿ ਗੁਰੂ ਕੇ ਲੰਗਰਾਂ ਦੇ ਵਿੱਚੋਂ ਕੋਈ ਵੀ ਆ ਕੇ ਪ੍ਰਸ਼ਾਦਾ ਛਕ ਸਕਦਾ ਹੈ। ਗੁਰੂ ਕੇ ਅਟੁੱਟ ਲੰਗਰ ਵਰਤ ਰਹੇ ਹਨ। ਹੁਣ ਜਿੱਥੇ ਜਿੱਥੇ ਵੀ ਇਹ ਗੱਲ ਸੁਣਦਾ ਹੈ, ਉੱਥੋਂ ਉੱਥੋਂ ਚੱਲ ਕੇ ਦੂਰ ਦੂਰ ਦੇ ਇਲਾਕਿਆਂ ਤੋਂ ਪਹੁੰਚ ਕੇ ਇੱਥੇ ਲੋੜਵੰਦ ਆਉਂਦੇ ਔਰ ਭੋਜਨ ਛਕ ਕੇ ਤ੍ਰਿਪਤ ਹੁੰਦੇ ਹਨ। ਗੁਰੂ ਨਾਨਕ ਦਾ ਘਰ ਐਸਾ ਹੈ ਜਿੱਥੋਂ ਲੋੜਵੰਦ ਦੀ ਲੋੜ ਪੂਰੀ ਹੁੰਦੀ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਲੰਗਰ ਦੀ ਪ੍ਰਥਾ ਆਰੰਭ ਕੀਤੀ ਤੇ ਅੱਜ ਵੀ ਵੇਖ ਲਈਏ ਕਿਤੇ ਐਸਾ ਕੋਈ ਸਮਾਂ ਬਣ ਆਵੇ ਜਾਂ ਪਿਛਲੇ ਦਿਨਾਂ ਵਿੱਚ ਜਦੋਂ ਪੂਰੀ ਤਰ੍ਹਾਂ ਲਾਕਡਾਊਨ ਰਿਹਾ, ਕਰਫਿਊ ਲੱਗਿਆ ਰਿਹਾ ਤੇ ਬੜੇ ਐਸੇ ਕਿਰਤੀ ਲੋਕ ਸਨ, ਮਿਹਨਤ ਮਜ਼ਦੂਰੀ ਕਰਨ ਵਾਲੇ, ਜਿਹੜੇ ਘਰ ਵੇਲੇ ਬੈਠ ਗਏ। ਹੁਣ ਉਹਨਾਂ ਤੱਕ ਵੀ ਪਹੁੰਚ ਕਰਕੇ ਜਿਹੜਾ ਗੁਰੂ ਘਰਾਂ ਦੇ ਵਿੱਚ ਲੰਗਰ ਤਿਆਰ ਕਰਕੇ ਗੁਰਸਿੱਖਾਂ ਵੱਲੋਂ ਇਕੱਠੇ ਹੋ ਕੇ ਰਸਤਾਂ ਵਸਤਾਂ ਇਕੱਤਰ ਕਰਕੇ ਲੰਗਰ ਤਿਆਰ ਕਰਕੇ ਲੰਗਰ ਛਕਾਏ ਗਏ। ਇਹ ਗੁਰੂ ਨਾਨਕ ਦਾ ਘਰ ਹੈ ਔਰ ਇੱਥੇ ਅਟੁੱਟ ਲੰਗਰ ਵਰਤਦੇ ਨੇ। ਸੰਗਤਾਂ ਤ੍ਰਿਪਤ ਹੁੰਦੀਆਂ। ਆਈਆਂ ਸੰਗਤਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਾਲ ਜੁੜਨ ਦਾ ਉਪਦੇਸ਼ ਬਖਸ਼ਦੇ। ਸਵਾਲ ਕੀਤਾ, ਕੁਝ ਪੁੱਛਣਾ ਕੀਤਾ ਹੈ ਸ਼ਹੀਦ ਦੇ ਬਾਰੇ ਕਿ ਸਤਿਗੁਰੂ ਪਾਤਸ਼ਾਹ ਜੀ ਸ਼ਹੀਦ ਸਿੰਘਾਂ ਦੇ ਬਾਰੇ ਆਪ ਜੀ ਦੱਸਣਾ ਕਰੋ। ਗੁਰਬਾਣੀ ਦੇ ਵਿੱਚ, ਕਿਉਂਕਿ ਸ਼ਹੀਦ ਸ਼ਬਦ ਜਿਹੜਾ ਅਰਬੀ ਭਾਸ਼ਾ ਦਾ ਹੈ, ਔਰ ਗੁਰਬਾਣੀ ਦੇ ਵਿੱਚ ਦੋ ਥਾਵਾਂ ਤੇ ਜ਼ਿਕਰ ਆਇਆ ਹੈ, ਪੀਰ ਪੈਗੰਬਰ ਸਾਲਕ ਸਾਧਕ ਸੌਦੇ ਔਰ ਸ਼ਹੀਦ। ਭਗਤ ਰਵਿਦਾਸ ਜੀ ਨੇ ਸ਼ਬਦ ਵਰਤਿਆ, ਜਾ ਕੇ ਈਦ ਬਕਰੀਦ ਕੁਲ ਗੌਰੇ ਕਰਮ ਮਾਨੀਐ ਸ਼ੇਖ ਸ਼ਹੀਦ ਪੀਰਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੋ ਵਾਰੀ ਜਿਹੜਾ ਸ਼ਹੀਦ ਸ਼ਬਦ ਆਇਆ। ਸ਼ਹੀਦ ਦਾ ਅਰਥ ਹੈ ਗਵਾਹੀ ਦੇਣ ਵਾਲਾ। ਅੱਜ ਵੀ ਜਦੋਂ ਪੁਲਿਸ ਵਾਲੇ ਵੀਰ ਬਹੁਤ ਬੈਠੇ ਨੇ, ਜਦੋਂ ਗਵਾਹੀ ਦੇਣ ਜਾਣਾ ਹੋਵੇ ਤੇ ਕਹਿੰਦੇ ਸ਼ਹਾਦਤ ਤੇ ਚੱਲਿਆ, ਭਾਵ ਗਵਾਹੀ ਦੇਣ ਚੱਲਿਆ। ਦੁਨੀਆ ਦੇ ਵਿੱਚ ਜਿਹੜਾ ਅਨਿਆਂ ਹੁੰਦਾ ਹੈ, ਪਾਪ ਵਰਤਦਾ ਹੈ, ਜ਼ੋਰ ਜ਼ੁਲਮ ਹੁੰਦਾ ਹੈ, ਤੇ ਉਹਦੇ ਵਿੱਚ ਜਿਹੜੇ ਸ਼ਹੀਦ ਹੁੰਦੇ ਨੇ, ਫਿਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦਰ ਤੇ ਜਾ ਕੇ ਇਸ ਜ਼ੁਲਮ ਦੀ ਗਵਾਹੀ ਭਰਦੇ ਨੇ, ਗਵਾਹੀ ਦਿੰਦੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਜਿਹੜੇ ਸਿਦਕੀ ਸਿੱਖ ਗੁਰੂ ਦੇ ਉਪਦੇਸ਼ ਦੀ ਕਮਾਈ ਕਰਦੇ ਨੇ, ਆਪਣੇ ਗੁਰੂ ਦੇ ਉੱਤੇ ਦ੍ਰਿੜ ਵਿਸ਼ਵਾਸ ਭਰੋਸਾ ਰੱਖਦੇ ਨੇ, ਔਰ ਲੋੜ ਪੈਣ ਤੇ ਜ਼ੁਲਮ ਦੇ ਖਿਲਾਫ ਮੈਦਾਨੇ ਜੰਗ ਦੇ ਵਿੱਚ ਜੂਝਦਿਆਂ ਹੋਇਆਂ ਸ਼ਹਾਦਤ ਪ੍ਰਾਪਤ ਕਰਦੇ ਨੇ, ਐਸੇ ਗੁਰੂ ਦੇ ਉਪਦੇਸ਼ ਦੀ ਕਮਾਈ ਕਰਨ ਵਾਲੇ ਸਿਦਕੀ ਸਿੱਖਾਂ ਦੀ ਕਹਿੰਦੇ ਗੁਰੂ ਫਿਰ ਆਪ ਸੱਚਖੰਡ ਦੇ ਵਿੱਚ ਉਡੀਕ ਕਰਦਾ ਹੈ। ਸੱਚਖੰਡ ਦੇ ਵਾਸੀ ਬਣਦੇ ਨੇ। ਸੋ ਇਸ ਪ੍ਰਕਾਰ ਦੇ ਨਾਲ ਗੁਰੂ ਪਾਤਸ਼ਾਹ ਜੀ ਸਿੱਖ ਸੰਗਤਾਂ ਨੂੰ ਉਪਦੇਸ਼ ਦੇ ਰਹੇ ਨੇ। ਆਓ ਇੱਥੋਂ ਅਗਲੇਰੇ ਪ੍ਰਕਰਣ ਦੇ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਇੱਕ ਦਿਨ 'ਦਿਨ 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 '
ਇਕ ਲੜਕਾ ਤੈਂ ਆਏ। ਸਤਿਗੁਰੂ ਪਾਤਸ਼ਾਹ ਜੀ ਦਾ ਹਰ ਰੋਜ਼ ਦੀਵਾਨ ਸਜਦਾ। ਦੂਰ ਦਰਾਜ ਤੋਂ ਸੰਗਤਾਂ ਪਹੁੰਚਦੀਆਂ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਨੰਦਪੁਰ ਸਾਹਿਬ। ਉਸੇ ਤਰ੍ਹਾਂ ਹੀ ਸਤਿਗੁਰੂ ਪਾਤਸ਼ਾਹ ਜੀ ਦਾ ਦੀਵਾਨ ਸਜਿਆ, ਸਿੱਖ ਸੰਗਤਾਂ ਬੈਠੀਆਂ ਨੇ। ਸਤਿਗੁਰੂ ਜੀ ਆਪਣੇ ਤਖਤਾਂ ਤੇ ਸੁਭਾਏਮਾਨ ਹਨ। ਇੱਕ ਨੌਜਵਾਨ ਲੜਕਾ ਉਹ ਚੱਲ ਕੇ ਆਇਆ, ਸਤਿਗੁਰੂ ਪਾਤਸ਼ਾਹ ਜੀ ਦੇ ਸਨਮੁਖ ਪਹੁੰਚਿਆ। ਕਰ ਬੰਧਨ ਸਨਮੁਖ ਖਰਿਓ, ਸੁੰਦਰ ਅੰਗ ਸਜਾਏ। ਸਨਮੁਖ ਪਹੁੰਚ ਕੇ ਗੁਰੂ ਪਾਤਸ਼ਾਹ ਜੀ ਨੂੰ ਆ ਕੇ ਬੰਦਨਾ ਕੀਤੀ, ਨਮਸਕਾਰ ਕੀਤੀ। ਇਹਨੇ ਆਪਣੇ ਜਿਹੜੇ ਅੰਗ ਸਨ ਬੜੇ ਸੋਹਣੇ ਸੁੰਦਰ ਸਜਾਏ ਹੋਏ ਸਨ, ਸੁੰਦਰ ਵਸਤਰ ਸਰੀਰ ਤੇ ਧਾਰਨ ਕੀਤੇ ਹੋਏ ਸਨ। ਬੜਾ ਨੌਜਵਾਨ ਹੈ, ਸੁੰਦਰ ਨੌਜਵਾਨ। ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਪਹੁੰਚ ਕਰਕੇ ਬੰਦਨਾ ਕਰਦਾ ਹੈ, ਨਮਸਕਾਰ ਕਰਦਾ ਹੈ। ਨਿਸ਼ਾਨੀ ਚੰਦ ਕਲਗੀ ਧਰ ਅਵਲੋਕ ਕੈ, ਬੋਲੇ ਤਿਸ ਕਾਲਾ। ਹੁਣ ਜਦੋਂ ਇਹ ਨੌਜਵਾਨ ਨੇ ਆ ਕੇ ਗੁਰੂ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ ਤੇ ਇਸ ਨੌਜਵਾਨ ਵੱਲ ਵੇਖ ਕੇ ਕਲਗੀਧਰ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ, ਕਹਿ ਕੋ ਸੁਤ ਲੜਕੇ ਕਹੋ, ਕਿਸ ਪੁਰ ਮੈਂ ਸ਼ਾਲਾ। ਕਹਿਣ ਲੱਗੇ, ਐ ਨੌਜਵਾਨ, ਤੂੰ ਕਿਹਦਾ ਪੁੱਤਰ ਹੈ ਤੇ ਤੇਰਾ ਘਰ ਕਿਸ ਨਗਰੀ ਦੇ ਵਿੱਚ ਹੈ, ਕਿੱਥੋਂ ਦਾ ਤੂੰ ਰਹਿਣ ਵਾਲਾ ਹੈ? ਜਾਤ ਗੋਤ ਐ ਕਵਨ ਤੁਵ, ਸੁਨ ਤਾਏ ਬਤਾਇਓ। ਕਿਹੜੀ ਜਾਤ ਹੈ, ਕਿਹੜੇ ਗੋਤ ਹੈ ਤੇਰੀ, ਕਿਸ ਪਰਿਵਾਰ ਦੇ ਵਿੱਚੋਂ ਹੈ, ਕਿੱਥੋਂ ਤੂੰ ਚੱਲ ਕੇ ਆਇਆ ਹੈ, ਇਹ ਸਾਨੂੰ ਦੱਸਣਾ ਕਰ। ਕਲਗੀਧਰ ਦਸ਼ਮੇਸ਼ ਪਾਤਸ਼ਾਹ ਜੀ ਨੇ ਜਦੋਂ ਇਹ ਸਵਾਲ ਕੀਤਾ, ਇਸ ਨੌਜਵਾਨ ਨੂੰ ਪੁੱਛਿਆ, ਸੁਣ ਕਰਕੇ ਜਵਾਬ ਦੇਣ ਵਾਸਤੇ ਬੋਲਿਆ, ਸਤਿਗੁਰ ਸੱਚੇ ਪਾਤਸ਼ਾਹ ਮੈਂ ਸ਼ਰਨੀ ਆਇਓ। ਐ ਸੱਚੇ ਪਾਤਸ਼ਾਹ ਸਤਿਗੁਰੂ ਦੀਨ ਦਇਆਲੂ ਕਿਰਪਾਲੂ ਸਤਿਗੁਰੂ ਪਾਤਸ਼ਾਹ ਜੀ, ਮੈਂ ਆਪ ਜੀ ਦੀ ਸ਼ਰਨ ਦੇ ਵਿੱਚ ਚੱਲ ਕੇ ਆਪ ਜੀ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਆਪ ਜੀ ਦੀ ਸ਼ਰਨ ਵਿੱਚ ਚੱਲ ਕੇ ਆਇਆ ਹਾਂ। ਬਾਹੁਲ ਖੰਡੇ ਕੀ ਲਈ ਮੋਲੇ ਕਾ ਬੇਟਾ। ਤੇ ਮੈਂ ਆਪ ਜੀ ਵੱਲੋਂ ਬਖਸ਼ੀ ਹੋਈ ਖੰਡੇ ਦੀ ਪਾਹੁਲ ਪ੍ਰਾਪਤ ਕੀਤੀ ਹੈ ਤੇ ਮੇਰੇ ਪਿਤਾ ਦਾ ਨਾਮ ਹੈ ਮੋਲਾ, ਮੋਲੇ ਦਾ ਮੈਂ ਬੇਟਾ ਹਾਂ। ਪਿਤ ਨੇ ਲੀਨੀ ਚਰਨ ਕੀ, ਕੱਚ ਦੇ ਤੁਮ ਭੇਟਾ। ਸਤਿਗੁਰੂ ਪਾਤਸ਼ਾਹ ਜੀ, ਮੇਰੇ ਪਿਤਾ ਜੀ ਵੀ ਆਪ ਜੀ ਦੇ ਸਿੱਖ ਸਨ। ਉਹ ਵੀ ਆਪ ਜੀ ਦੇ ਚਰਨਾਂ ਵਿੱਚ ਆਪ ਜੀ ਦੇ ਦਰਸ਼ਨ ਦਿਦਾਰੇ ਕਰਨ ਲਈ ਪਹੁੰਚਦੇ ਸਨ ਤੇ ਆਪ ਜੀ ਦੇ ਚਰਨਾਂ 'ਚ ਭੇਟਾਵਾਂ ਅਰਪਣ ਕਰਦੇ ਸਨ। ਆਪ ਜੀ ਦੇ ਪਾਸੋਂ ਚਰਨ ਪਾਹੁਲ ਪ੍ਰਾਪਤ ਕੀਤੀ, ਕਿਉਂਕਿ ਜਦੋਂ ਤੱਕ ਅਜੇ ਤੱਕ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਨਹੀਂ ਸੀ ਹੋਇਆ, ਉਦੋਂ ਚਰਨ ਪਾਹੁਲ ਦਿੱਤੀ ਜਾਂਦੀ ਸੀ। ਮੇਰੇ ਪਿਤਾ ਜੀ ਨੇ ਵੀ ਆਪ ਜੀ ਦੇ ਪਾਸੋਂ ਚਰਨ ਪਾਹੁਲ ਪ੍ਰਾਪਤ ਕੀਤੀ ਹੋਈ ਸੀ। ਬਾਸੀ ਸ਼ਹਿਰ ਸਰਹੰਦ ਕੇ ਹਮ ਸਿੱਖ ਤੁਮਾਰੇ। ਤੇ ਪਾਤਸ਼ਾਹ ਜੀ, ਅਸੀਂ ਸਰਹੰਦ ਸ਼ਹਿਰ ਦੇ ਵਾਸੀ ਹਾਂ, ਸਰਹੰਦ ਸ਼ਹਿਰ ਦੇ ਰਹਿਣ ਵਾਲੇ ਹਾਂ, ਅਸੀਂ ਤੁਹਾਡੇ ਸਿੱਖ ਹਾਂ। ਸੁਨ ਬੋਲੇ ਸ਼੍ਰੀ ਸਤਿਗੁਰੂ ਅਬ ਕਰੋ ਉਚਾਰੇ। ਤੇ ਜਦੋਂ ਇਸ ਨੌਜਵਾਨ ਨੇ ਦੱਸਿਆ ਕਿ ਪਾਤਸ਼ਾਹ ਮੈਂ ਮੌਲੇ ਦਾ ਬੇਟਾ, ਸਰਹੰਦ ਦਾ ਰਹਿਣ ਵਾਲਾ, ਤੁਹਾਡਾ ਸਿੱਖ ਹਾਂ, ਇਹ ਸੁਣ ਕਰਕੇ ਗੁਰੂ ਪਾਤਸ਼ਾਹ ਬੋਲੇ, ਕਹਿਣ ਲੱਗੇ, ਅੱਗੇ ਦੱਸਣਾ ਕਰੋ। ਵਸਦੀ ਸ਼ਹਿਰ ਸਰਹੰਦ ਹੈ ਕਹਿ ਪਇਓ ਉਜਾਰੇ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਤੂੰ ਸਰਹੰਦ ਦਾ ਰਹਿਣ ਵਾਲਾ ਹੈ, ਫਿਰ ਦੱਸ ਸਰਹੰਦ ਜਿਹੜਾ ਸ਼ਹਿਰ ਹੈ, ਨਗਰ ਹੈ, ਉਹ ਵਸਦਾ ਕਿ ਉਜੜ ਗਿਆ? ਬਚਨ ਪਾਤਸ਼ਾਹ ਜੀ ਨੇ ਪਹਿਲਾਂ ਹੀ ਕਹਿ ਦਿੱਤੇ। ਕਹਿਣ ਲੱਗੇ, ਸਰਹੰਦ ਤੋਂ ਚੱਲ ਕੇ ਆਇਆ, ਸਰਹੰਦ ਨਗਰ ਵਸਿਆ ਹੋਇਆ ਕਿ ਉਜੜ ਚੁੱਕਾ ਹੈ?
अपराधी होए हैं तुर्क बस जिसी मझारे। ਕਹਿਣ ਲੱਗੇ ਵੱਡੇ ਅਪਰਾਧੀ ਤੁਰਕ ਉਸ ਸਰਹੰਦ ਸ਼ਹਿਰ ਦੇ ਵਿੱਚ ਵਸਦੇ ਨੇ। ਸਰਹੰਦ ਦੇ ਵਿੱਚ ਰਹਿਣ ਵਾਲੇ ਜਿਹੜੇ ਤੁਰਕ ਨੇ ਉਹ ਬੜੇ ਵੱਡੇ ਅਪਰਾਧ ਕਰਦੇ, ਵੱਡੇ ਉਹ ਅਪਰਾਧੀ ਹਨ। सुन सुनियारे पैल सिंह कर जोर बखाना। ਹੁਣ ਇਹ ਜਿਹੜਾ ਸੁਨਿਆਰੇ ਦਾ ਲੜਕਾ ਸੀ, ਕਿਉਂਕਿ ਇਹਦਾ ਪਿਤਾ ਸੁਨਿਆਰੇ ਦਾ ਕੰਮ ਕਰਦਾ ਸੀ, ਗਹਿਣੇ ਆਦਿਕ ਬਣਾਉਣ ਦਾ। ਸੁਨਿਆਰੇ ਦਾ ਇਹ ਲੜਕਾ ਸੀ, ਇਹਦਾ ਨਾਮ ਸੀ ਪਹਿਲ ਸਿੰਘ। होए है सकल प्रकार को जिम गुर को पाना। ਇਸ ਪਹਿਲ ਸਿੰਘ ਨੇ ਦੋਵੇਂ ਹੱਥ ਜੋੜ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕਰਨ ਲੱਗਾ, ਉਹ ਹੈ ਸਕਲ ਪ੍ਰਕਾਰ ਕੋ ਜਿਮ ਗੁਰੂ ਕੋ ਭਾਣਾ। ਕਹਿੰਦੇ ਜਿਵੇਂ ਗੁਰੂ ਦਾ ਭਾਣਾ ਹੈ ਉਸੇ ਤਰ੍ਹਾਂ ਹੀ ਹੋ ਕੇ ਰਹਿਣਾ ਹੈ। ਗੁਰੂ ਦੀ ਜਿਵੇਂ ਮਰਜ਼ੀ ਹੈ, ਜਿਵੇਂ ਗੁਰੂ ਦਾ ਭਾਣਾ ਹੈ ਉਹ ਉਸੇ ਤਰ੍ਹਾਂ ਹੀ ਵਰਤਦਾ ਹੈ। अब तो मैं वसती तजियो टिग आए तुम्हारे। ਪਾਤਸ਼ਾਹ ਜਦੋਂ ਮੈਂ ਘਰੋਂ ਚੱਲਿਆ, ਸਰਹੰਦ ਨਗਰੀ ਤੋਂ ਚੱਲਿਆ, ਉਦੋਂ ਤੱਕ ਤਾਂ ਮੈਂ ਸਰਹੰਦ ਨੂੰ ਵਸਦਾ ਹੀ ਛੱਡ ਕੇ ਆਇਆ। ਉਦੋਂ ਤੱਕ ਸਰਹੰਦ ਸ਼ਹਿਰ ਵਸਦਾ ਸੀ, ਮੈਂ ਵਸਦਾ ਛੱਡ ਕੇ ਆਪ ਜੀ ਕੋਲ ਆਇਆ ਹਾਂ। गुर कयो कर को तजो नहीं ता होए संघारे। ਤੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਹੁਣ ਸਰਹੰਦ ਦੇ ਜਿਹੜੇ ਵਿੱਚ ਤੇਰਾ ਘਰ ਹੈ, ਉਹ ਘਰ ਜਿਹੜਾ ਹੈ ਉਹ ਘਰ ਨੂੰ ਤੂੰ ਹੁਣ ਛੱਡਣਾ ਕਰ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਜਦੋਂ ਜਵਾਬ ਦਿੱਤਾ, ਕਹਿਣ ਲੱਗਾ ਜਦੋਂ ਤੱਕ ਮੈਂ ਘਰ ਨੂੰ ਛੱਡ ਕੇ ਆਇਆ ਸਰਹੰਦ ਤੋਂ, ਉਦੋਂ ਤੱਕ ਜਿਹੜਾ ਨਗਰ ਸੀ ਉਹ ਵਸਦਾ ਸੀ। गुर कयो कर को तजो नहीं ता होए संघारे। ਕਹਿਣ ਲੱਗੇ ਘਰ ਦਾ ਤਿਆਗ ਕਰ ਦੋ, ਨਹੀਂ ਤਾਂ ਸੰਘਾਰ ਭਾਵ ਉੱਥੇ ਖਤਮ ਹੋ ਜਾਵੋਗੇ। ਕਿਉਂਕਿ ਆਉਣ ਵਾਲੇ ਜਿਹੜੇ ਸਮਾਂ ਸੀ ਉਹਦੇ ਬਾਬਤ ਗੁਰੂ ਪਾਤਸ਼ਾਹ ਜੀ ਉਸ ਸਮੇਂ ਵੱਲ ਇਸ਼ਾਰਾ ਕਰ ਰਹੇ ਨੇ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ, ਸਰਹੰਦ ਸ਼ਹਿਰ ਨੂੰ ਮਿੱਟੀ ਵਿੱਚ ਮਿਲਾਇਆ, ਕਹਿਣ ਲੱਗੇ ਉੱਥੋਂ ਦੇ ਘਰ ਦਾ ਤਿਆਗ ਕਰ ਦੋ, ਨਹੀਂ ਤਾਂ ਉੱਥੇ ਤੁਹਾਡਾ ਵੀ ਉਹਨਾਂ ਦੇ ਨਾਲ ਸੰਘਾਰ ਹੋ ਜਾਵੇਗਾ, ਭਾਵ ਖਤਮ ਹੋ ਜਾਵੋਗੇ। बहुर कयो लड़के तबे पित मृत्यु दिन थोरे। ਤੇ ਕਹਿਣ ਲੱਗੇ ਪਾਤਸ਼ਾਹ ਜੀ ਨੇ ਪੁੱਛਿਆ ਕਿ ਘਰੋਂ ਤੁਸੀਂ ਚੱਲ ਕੇ ਆਏ ਹੋ, ਤੁਹਾਡੇ ਨਾਲ ਕੋਈ ਘਰ ਦਾ ਹੋਰ ਮੈਂਬਰ ਵੀ ਆਇਆ ਹੈ? ਘਰ ਦੇ ਵਿੱਚੋਂ ਕੋਈ ਮੈਂਬਰ ਤੁਹਾਡੇ ਨਾਲ ਹੋਰ ਆਇਆ ਹੈ ਕਿ ਨਹੀਂ? ਜਦੋਂ ਗੁਰੂ ਪਾਤਸ਼ਾਹ ਜੀ ਨੇ ਪੁੱਛਿਆ, ਇਹ ਨੌਜਵਾਨ ਕਹਿਣ ਲੱਗਾ ਕਿ ਕੁਝ ਦਿਨ ਪਹਿਲਾਂ ਮੇਰੇ ਪਿਤਾ ਜੀ ਦੀ ਅਚਾਨਕ ਜਿਹੜੀ ਆ ਮੌਤ ਹੋ ਗਈ ਆ, ਉਹ ਕਾਲ ਚਲਾਣਾ ਕਰ ਗਏ ਹਨ। माता आई है इया तुम चरण निहोरे। ਤੇ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਮੇਰੀ ਮਾਤਾ ਮੇਰੇ ਨਾਲ ਚੱਲ ਕੇ ਆਈ ਹੈ। ਉਹ ਵੀ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਮੇਰੇ ਨਾਲ ਚੱਲ ਕੇ ਆਪ ਜੀ ਦੇ ਚਰਨਾਂ ਵਿੱਚ ਪਹੁੰਚੀ ਹੈ। कहें गुर रहो हजूरे अब मात पी रख पासी। ਤੇ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਹੁਣ ਇੱਥੇ ਸਾਡੇ ਕੋਲ ਆਨੰਦਪੁਰ ਸਾਹਿਬ ਹੀ ਰਹਿਣਾ ਕਰ, ਆਪਣੀ ਮਾਤਾ ਨੂੰ ਵੀ ਆਪਣੇ ਕੋਲ ਰੱਖ, ਸਰਹੰਦ ਨਾਲ ਜਿਹੜਾ ਸ਼ਹਿਰ ਹੈ ਉਹਨੂੰ ਛੱਡ ਦੇ, ਆਪਣਾ ਵਸੇਬਾ ਜਿਹੜਾ ਉਹ ਆਨੰਦਪੁਰ ਸਾਹਿਬ ਵਿਖੇ ਸਾਡੇ ਕੋਲ ਹੀ ਇੱਥੇ ਕਰਨਾ ਕਰ। सुन लड़के तिमई करी जिम प्रभु प्रकाशी। ਤੇ ਜਿਵੇਂ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਕਿਹਾ, ਉਸੇ ਤਰ੍ਹਾਂ ਇਸ ਨੌਜਵਾਨ ਨੇ ਸੁਨਿਆਰੇ ਦੇ ਪੁੱਤਰ ਨੇ ਕੀਤਾ, ਗੁਰੂ ਬਚਨ ਨੂੰ ਮੰਨਣਾ ਕੀਤਾ। ਇੱਕ ਖੱਤਰੀ ਤੇ ਲੀਨ ਘਰ ਤੈ ਮਾਤ ਬਸਾਈ। ਇੱਕ ਖੱਤਰੀ ਦੇ ਕੋਲੋਂ ਇਹਨੇ ਘਰ ਖਰੀਦ ਲਿਆ ਆਨੰਦਪੁਰ ਸਾਹਿਬ, ਤੇ ਉਹ ਖੱਤਰੀ ਦੇ ਕੋਲੋਂ ਘਰ ਖਰੀਦ ਕੇ ਹੁਣ ਆਪਣੀ ਮਾਤਾ ਦੇ ਸਮੇਤ ਇੱਥੇ ਆਨੰਦਪੁਰ ਸਾਹਿਬ ਦੇ ਵਿੱਚ ਵਸਣ ਲੱਗਾ। ਗੁਰ ਹਜ਼ੂਰ ਰਹਿ ਬੇ ਲਗਿਓ ਦਿਨ ਕਿਤਕ ਬਿਤਾਈ। ਤੇ ਹੁਣ ਸਤਿਗੁਰੂ ਪਾਤਸ਼ਾਹ ਜੀ ਦੇ ਹਜ਼ੂਰ ਰਹਿਣਾ, ਆਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਘਰ ਲੈ ਲਿਆ, ਹਰ ਵੇਲੇ ਸਤਿਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਚੱਲ ਕੇ ਆਉਣਾ, ਗੁਰੂ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਨੇ, ਸੇਵਾ ਵਿੱਚ ਲੱਗੇ ਰਹਿਣਾ। ਕੁਝ ਸਮਾਂ ਕੁਝ ਦਿਨ ਇਸ ਤਰ੍ਹਾਂ ਜਦੋਂ ਬਤੀਤ ਹੋਏ, ਬੂਝਿਓ ਗੁਰ ਇੱਕ ਦਿਨ ਬਿਕੈ
ਕੌਸਿਕ ਹਮ ਪਾਈ। ਤੇ ਇੱਕ ਦਿਨ ਗੁਰੂ ਪਾਤਸ਼ਾਹ ਜੀ ਪੁੱਛਣ ਲੱਗੇ, ਇਹਨੂੰ ਬੁਲਾਇਆ ਆਪਣੇ ਕੋਲ, ਬੁਲਾ ਕਰਕੇ ਕਹਿਣ ਲੱਗੇ, ਕੰਮ ਜੋ ਹੈ ਸੁਨਿਆਰ ਕੋ ਜਾਣਤ ਕਹਿ ਨਾਈ। ਕਹਿਣ ਲੱਗੇ, ਬੇਟਾ ਸੁਨਿਆਰੇ ਦਾ ਤੂੰ ਪੁੱਤਰ ਹੈ, ਤੇ ਜਿਹੜਾ ਸੁਨਿਆਰੇ ਦਾ ਕੰਮ ਹੁੰਦਾ ਹੈ ਗਹਿਣੇ ਘੜਨੇ, ਗਹਿਣੇ ਬਣਾਉਣੇ, ਉਸ ਕੰਮ ਨੂੰ ਤੂੰ ਜਾਣਦਾ ਹੈ ਕਿ ਨਹੀਂ? ਉਹ ਕੰਮ ਤੂੰ ਸਿੱਖਿਆ, ਤੈਨੂੰ ਉਹ ਕੰਮ ਆਉਂਦਾ ਹੈ ਕਿ ਨਹੀਂ? ਕਹੈ ਲੜਕਾ ਤੁਮ ਕਿਰਪਾ ਤੇ ਆਪਨੋ ਸਭ ਕਾਮੂ। ਇਹ ਨੌਜਵਾਨ ਨੇ ਹੱਥ ਜੋੜੇ, ਸੁਨਿਆਰੇ ਦਾ ਪੁੱਤਰ ਕਹਿਣ ਲੱਗਾ ਦੋਵੇਂ ਹੱਥ ਜੋੜ ਕੇ, ਸਤਿਗੁਰੂ ਪਾਤਸ਼ਾਹ ਜੀ ਤੁਹਾਡੀ ਕਿਰਪਾ ਦੇ ਨਾਲ ਮੈਂ ਆਪਣੇ ਕੰਮ ਦੇ ਵਿੱਚ ਪੂਰੀ ਤਰ੍ਹਾਂ ਨਿਪੁੰਨ ਹਾਂ। ਸੁਨਿਆਰੇ ਦਾ ਜਿਹੜਾ ਕੰਮ ਹੈ ਗਹਿਣੇ ਘੜਨੇ, ਉਹ ਕੰਮ ਮੈਂ ਭਲੀ ਭਾਂਤ ਚੰਗੀ ਤਰ੍ਹਾਂ ਜਾਣਦਾ ਹਾਂ। ਜ਼ੇਵਰ ਸਗਰੀ ਰੀਤ ਕੇ ਘਰ ਹੋਇਆ ਬਿਰਾਮੋ। ਤੇ ਬੜੇ ਬੜੇ ਸੋਹਣੇ ਸੁੰਦਰ ਜਿਹੜੇ ਜੇਵਰ ਨੇ, ਗਹਿਣੇ ਨੇ, ਸੋਨੇ ਤੋਂ ਮੈਂ ਸੋਹਣੇ ਸੁੰਦਰ ਗਹਿਣੇ ਘੜ ਲੈਂਦਾ, ਤਿਆਰ ਕਰਦਾ ਹਾਂ। ਹੁਕਮ ਕਰਿਓ ਪ੍ਰਭ ਲਿਓ ਅਬ ਇੱਕ 10 ਦਿਨਾਰਾ। ਹੁਣ ਸਤਿਗੁਰੂ ਪਾਤਸ਼ਾਹ ਜੀ ਨੇ, ਕਲਗੀਧਰ ਪਾਤਸ਼ਾਹ ਜੀ ਨੇ ਖਜ਼ਾਨਚੀ ਨੂੰ ਬੁਲਾਇਆ। ਖਜ਼ਾਨਚੀ ਨੂੰ ਬੁਲਾ ਕੇ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਿ ਇਸ ਲੜਕੇ ਨੂੰ 11 ਸੋਨੇ ਦੀਆਂ ਮੋਹਰਾਂ ਜਿਹੜੀਆਂ ਨੇ ਉਹ ਖਜ਼ਾਨੇ ਦੇ ਵਿੱਚੋਂ ਦੇ ਕੇ ਗਹਿਣੇ ਤਿਆਰ ਕਰਵਾਉਣਾ ਕਰੋ। ਆਨ ਵਿਭੂਖਨ ਘਰ ਪਲੇ ਹਮ ਕਰੇ ਨਿਆਰਾ। ਤੇ ਇਹਨੂੰ 11 ਮੋਹਰਾਂ ਸੋਨੇ ਦੀਆਂ ਸ਼ਰਫੀਆਂ ਉਹ ਦੇਵੋ ਤਾਂ ਕਿ ਇਹ ਗਹਿਣੇ ਤਿਆਰ ਕਰਕੇ ਲਿਆਵੇ। ਫਿਰ ਉਹ ਗਹਿਣੇ ਅਸੀਂ ਵੇਖੀਏ ਕਿ ਇਹਨੂੰ ਕੰਮ ਚੰਗੀ ਤਰ੍ਹਾਂ ਆਉਂਦਾ ਹੈ ਕਿ ਨਹੀਂ। ਜਦੋਂ ਇਹ ਗਹਿਣੇ ਘੜ ਕੇ ਲਿਆਵੇਗਾ, ਤਿਆਰ ਕਰੇਗਾ, ਉਹਨਾਂ ਗਹਿਣਿਆਂ ਨੂੰ ਅਸੀਂ ਵੇਖਣਾ ਚਾਹੁੰਦੇ ਹਾਂ। ਕੋਸ਼ਪ ਸੁਨ ਗੁਰ ਹੁਕਮ ਕੋ ਦੀਨਸ ਤਤਕਾਲਾ। ਤੇ ਕੋਸ਼ਪ ਕਹਿੰਦੇ ਨੇ ਖਜ਼ਾਨਚੀ ਨੂੰ, ਖਜ਼ਾਨਚੀ ਨੇ ਜਦੋਂ ਗੁਰੂ ਪਾਤਸ਼ਾਹ ਜੀ ਦਾ ਹੁਕਮ ਸੁਣਿਆ, ਹੁਕਮ ਸੁਣਦਿਆਂ ਉਸੇ ਵੇਲੇ ਤੁਰਤ ਜਾ ਕੇ ਖਜ਼ਾਨੇ ਦੇ ਵਿੱਚੋਂ ਜਿਹੜੀਆਂ 11 ਮੋਹਰਾਂ ਨੇ ਉਹ ਉਸ ਲੜਕੇ ਨੂੰ, ਉਸ ਸੁਨਿਆਰੇ ਦੇ ਪੁੱਤਰ ਨੂੰ ਸੌਂਪਣਾ ਕੀਤੀਆਂ। ਕਰਨ ਲੱਗਿਓ ਭੂਖਨ ਪਲੋ ਚਤੁਰਾਈ ਵਿਸਾਲਾ। ਤੇ ਬੜੀ ਚਤੁਰਾਈ ਦੇ ਨਾਲ, ਬੜੀ ਸਿਆਣਪ ਦੇ ਨਾਲ ਇਹ ਜਿਹੜਾ ਸੁਨਿਆਰੇ ਦਾ ਪੁੱਤਰ ਸੀ ਇਹ ਗਹਿਣੇ ਘੜਨ ਲੱਗਾ, ਗਹਿਣੇ ਬਣਾਉਣ ਲੱਗਾ। ਅਲੰਕਾਰ ਸੁੰਦਰ ਕਰਿਓ ਪ੍ਰਭ ਟਿਗਲੇ ਆਇਓ। ਬੜੇ ਸੋਹਣੇ ਸੁੰਦਰ ਗਹਿਣੇ ਬਣਾਏ, ਬੜੇ ਬੜੇ ਭਾਲੀ ਪ੍ਰਭਾਤ ਦੇ ਜਿਹੜੇ ਸੋਹਣੇ ਸੁੰਦਰ ਕੜੇ ਸਨ, ਹੋਰ ਕਈ ਗਹਿਣੇ ਜਿਹੜੇ ਸਨ, ਉਹ ਬਹੁਤ ਸੋਹਣੇ ਸੁੰਦਰ ਗਹਿਣੇ ਘੜ ਕਰਕੇ ਲਿਆਇਆ। ਗੁਰੂ ਪਾਤਸ਼ਾਹ ਜੀ ਕੋਲ ਪਹੁੰਚਿਆ ਲੈ ਕੇ। ਪਿਕ ਪਰ ਸੰਨ ਤਿਸ ਪਰ ਭਲੇ ਸ਼੍ਰੀ ਬਦਨੀ ਅਲਾਇਓ। ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਇਹ ਨੌਜਵਾਨ ਸੁਨਿਆਰੇ ਦਾ ਪੁੱਤਰ ਗਹਿਣੇ ਘੜ ਕੇ ਲਿਆਇਆ, ਗੁਰੂ ਪਾਤਸ਼ਾਹ ਜੀ ਨੂੰ ਆ ਕੇ ਅੱਗੇ ਸੌਂਪਣਾ ਕੀਤੇ। ਵੇਖ ਕਰਕੇ ਕਲਗੀਧਰ ਦਸ਼ਮੇਸ਼ ਪਿਤਾ ਬਹੁਤ ਪ੍ਰਸੰਨ ਹੋਏ, ਕਹਿਣ ਲੱਗੇ, ਕੋਸ਼ਪ ਕੋ ਸੌਂਪਿਓ ਤਬੇ ਜੇ ਤਕ ਚਹਿਮਾ। ਖਜ਼ਾਨਚੀ ਨੂੰ ਬੁਲਾ ਕੇ ਉਹ ਜਿਹੜੇ ਗਹਿਣੇ ਲਿਆਂਦੇ ਉਹ ਸੌਂਪ ਦਿੱਤੇ, ਤੇ ਨਾਲੇ ਕਿਹਾ ਕਿ ਜਿੰਨਾ ਸੋਨਾ ਇਹ ਲੜਕਾ ਕਹੇ ਉਹ ਖਜ਼ਾਨੇ ਵਿੱਚੋਂ ਦੇ ਕੇ ਇਹਦੇ ਕੋਲੋਂ ਗਹਿਣੇ ਜਿਹੜੇ ਨੇ ਉਹ ਤਿਆਰ ਕਰਵਾ ਲਿਆ ਕਰੋ। ਦੇਹੋ ਕਰਾਏ ਵਿਭੂਖਨ ਲੀਜੇ ਪੁਨ ਤੇ ਮਾਂ। ਤੇ ਉਹ ਸੋਨਾ ਦੇ ਕੇ ਫਿਰ ਇਹ ਲੜਕੇ ਦੇ ਕੋਲੋਂ ਜਿਹੜੇ ਗਹਿਣੇ ਨੇ ਉਹ ਕਢਾਣਾ ਕਰੋ, ਗਹਿਣੇ ਤਿਆਰ ਕਰਵਾਓ। ਜਮਾ ਕਰੋ ਵਿੱਚ ਕੋਸ਼ ਕੇ ਭੂਖਨ ਕਰ ਬ੍ਰਿੰਦਾ। ਤੇ ਇਸ ਪ੍ਰਕਾਰ ਦੇ ਨਾਲ ਬਹੁਤ ਸਾਰੇ ਜਿਹੜੇ ਗਹਿਣੇ ਨੇ ਉਹ ਤਿਆਰ ਕਰਵਾ ਕੇ ਖਜ਼ਾਨੇ ਦੇ ਵਿੱਚ ਜਮਾ ਕਰ ਲਵੋ। ਚਾਹੇ ਕਿਤਕ ਹੈ ਦਿਨੋਂ ਕੀ ਇਹ ਚਤੁਰ ਬਿਲੰਦਾ। ਇਸ ਕਰਕੇ ਸਾਡੇ ਮਨ ਦੀ ਬਹੁਤ ਚਾਹਤ ਸੀ, ਅਸੀਂ ਚਾਹੁੰਦੇ ਸੀ ਕਿ ਕੁਝ ਗਹਿਣੇ ਜਿਹੜੇ ਤਿਆਰ ਕਰਵਾ ਕੇ ਉਹ ਖਜ਼ਾਨੇ ਦੇ ਵਿੱਚ ਰੱਖ ਲਈਏ। ਉਹ ਬੜੇ ਦਿਨਾਂ ਤੋਂ ਇਹ ਮਨ ਦੇ ਅੰਦਰ ਚਾਹਤ ਬਣੀ ਹੋਈ ਸੀ, ਤੇ ਇਹ ਲੜਕਾ ਬੜਾ ਚਤੁਰ ਹੈ, ਬੜਾ ਸਿਆਣਾ ਹੈ, ਬੜੇ ਸੋਹਣੇ ਸੁੰਦਰ ਗਹਿਣੇ ਬਣਾ ਕੇ ਲਿਆਇਆ ਹੈ। ਇਸ ਕਰਕੇ ਇਹਨੂੰ ਸੋਨਾ ਦੇ ਕੇ ਇਹਦੇ ਕੋਲੋਂ ਗਹਿਣੇ ਜਿਹੜੇ ਨੇ ਉਹ ਤਿਆਰ ਕਰਵਾਵੋ। ਇਮ ਕੈ ਪੁਨ ਬੂਜਨ ਕਰਿਓ ਕੋ ਐਬ ਨ ਲਾਗਾ। ਹੁਣ ਇਸ ਪ੍ਰਕਾਰ ਦੇ ਨਾਲ ਕਹਿ ਕੇ ਫਿਰ ਕਲਗੀਧਰ ਪਾਤਸ਼ਾਹ ਬੋਲੇ, ਇਸ ਲੜਕੇ ਨੂੰ, ਸੁਨਿਆਰੇ ਦੇ ਪੁੱਤਰ ਨੂੰ ਪੁੱਛਣ ਲੱਗੇ,
ਕਹਿਣ ਲੱਗਿਆ ਨੌਜਵਾਨ ਦੱਸ ਤੇਰੇ ਵਿੱਚ ਕੋਈ ਐਬ ਤਾਂ ਨਹੀਂ, ਕਿਸੇ ਪ੍ਰਕਾਰ ਦਾ ਕੋਈ ਤੈਨੂੰ ਐਬ ਤਾਂ ਨਹੀਂ ਲੱਗਿਆ ਹੋਇਆ। ਕਹੇ ਲੜਕਾ ਸੁਨ ਗੁਰੂ ਜੀ ਸਤ ਸੰਗੇ ਪਾਗਾ। ਹੁਣ ਇਹ ਨੌਜਵਾਨ ਇਹਨੇ ਦੋਵੇਂ ਹੱਥ ਜੋੜੇ, ਦੋਵੇਂ ਹੱਥ ਜੋੜ ਕੇ ਬੋਲਿਆ, ਕਹਿਣ ਲੱਗਾ, ਬੇਨਤੀ ਕਰਨ ਲੱਗਾ, ਪਾਤਸ਼ਾਹ ਮੈਨੂੰ ਕੋਈ ਕਿਸੇ ਤਰ੍ਹਾਂ ਦਾ ਐਬ ਨਹੀਂ, ਮੈਂ ਆਪ ਜੀ ਸਤ ਸੰਗਤ ਵਿੱਚ ਪਿਆ, ਸਤ ਸੰਗਤ ਦੇ ਵਿੱਚ ਪੈ ਕੇ ਆਪ ਜੀ ਦੇ ਨਾਮ ਦਾ ਰੰਗ ਮੈਨੂੰ ਲੱਗਾ ਹੋਇਆ ਹੈ। ਦੋਹਰਾ ਗੁਰੂ ਕਯੋ ਜੈ ਗੁਣ ਬਾਡੋ ਤੈ ਠਾਉਤ ਵਿਕਾਰ। ਤੇ ਸਤਿਗੁਰੂ ਪਾਤਸ਼ਾਹ ਜਦੋਂ ਇਸ ਨੌਜਵਾਨ ਨੇ ਕਿਹਾ, ਇਸ ਸੁਨਿਆਰੇ ਦੇ ਪੁੱਤਰ ਨੇ, ਕਿ ਪਾਤਸ਼ਾਹ ਮੇਰੇ ਵਿੱਚ ਕੋਈ ਐਬ ਨਹੀਂ, ਮੈਂ ਸਤਸੰਗੀ ਹਾਂ, ਸਤਸੰਗ ਕਰਦਾ, ਨਾਮ ਦਾ ਰਸ ਮੈਨੂੰ ਪ੍ਰਾਪਤ ਹੋਇਆ, ਇਸ ਕਰਕੇ ਮੇਰੇ ਜੀਵਨ ਵਿੱਚ ਕੋਈ ਕਿਸੇ ਪ੍ਰਕਾਰ ਦਾ ਐਬ ਨਹੀਂ। ਤੇ ਇਹ ਸੁਣ ਕੇ ਕਲਗੀਧਰ ਪਾਤਸ਼ਾਹ ਦਸ਼ਮੇਸ਼ ਪਿਤਾ ਬੋਲੇ ਕਿ ਜਿੱਥੇ ਵੱਡਾ ਗੁਣ ਹੋਵੇ ਉੱਥੇ ਨਾਲ ਕਈ ਵਾਰੀ ਜੀਵਨ ਵਿੱਚ ਵੱਡਾ ਵਿਕਾਰ ਵੀ ਆ ਜਾਂਦਾ ਹੈ, ਵੱਡਾ ਐਬ ਵੀ ਆ ਜਾਂਦਾ ਹੈ। ਜਿੱਥੇ ਵੱਡਾ ਗੁਣ ਹੋਵੇਗਾ ਉੱਥੇ ਵੱਡਾ ਐਬ ਵੀ ਹੁੰਦਾ ਹੈ। ਬਿਨ ਵਿਕਾਰ ਜੋ ਗੁਣੀ ਹੋਏ ਕੀਮਤ ਪਾਏ ਉਦਾਰ। ਤੇ ਪਾਤਸ਼ਾਹ ਕਹਿਣ ਲੱਗੇ, ਜਿਹੜਾ ਜਿਹਦੇ ਵਿੱਚ ਚੰਗਾ ਵੱਡਾ ਗੁਣ ਹੋਵੇ, ਗੁਣੀ ਹੋਵੇ, ਤੇ ਉਹਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਐਬ ਨਾ ਹੋਵੇ, ਕਹਿੰਦੇ ਬਹੁਤ ਵੱਡੀ ਕੀਮਤ ਪ੍ਰਾਪਤ ਕਰਦਾ ਹੈ, ਗੁਰੂ ਘਰ ਦੇ ਵਿੱਚ ਵੱਡਾ ਮਾਣ ਪ੍ਰਾਪਤ ਕਰਦਾ ਹੈ। ਗੁਣੀ ਹੋਵੇ, ਉਹਦੇ ਵਿੱਚ ਕੋਈ ਐਬ ਨਾ ਹੋਵੇ। ਗੁਣੀ ਵਿਕਾਰੀ ਰਹਿਤ ਜੋ ਵਿਦਿਅਕ ਹੋ ਇਨਸਾਨ। ਤੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਜਿਹੜਾ ਗੁਣਾਂ ਦੇ ਸਹਿਤ ਹੋਵੇ ਤੇ ਗੁਣੀ ਵਿਕਾਰੀ ਰਹਿਤ ਜੋ, ਤੇ ਗੁਣ ਪ੍ਰਾਪਤ ਕਰਕੇ ਵੱਡੇ ਗੁਣ ਹੋਣ ਤੇ ਵਿਕਾਰਾਂ ਤੋਂ ਰਹਿਤ ਹੋਵੇ, ਵਿਦਿਅਕ ਹੋ ਇਨਸਾਨ। ਪਾਤਸ਼ਾਹ ਜੀ ਕਹਿਣ ਲੱਗੇ ਉਹ ਇਨਸਾਨ ਜਿਹੜਾ ਬਹੁਤ ਵੱਡਾ ਮਾਣ ਗੁਰੂ ਘਰ ਦੇ ਵਿੱਚ ਪ੍ਰਵਾਨ ਕਰਦਾ ਹੈ, ਬਹੁਤ ਵੱਡਾ ਵਿਦਵਾਨ ਕਹਾਉਂਦਾ ਹੈ, ਗੁਰੂ ਘਰ ਦੇ ਵਿੱਚ ਉਹਨੂੰ ਵਿਦਵਾਨ ਦੀ ਪਦਵੀ ਪ੍ਰਾਪਤ ਹੁੰਦੀ ਹੈ। ਤਿਸ ਮੂਰਤ ਕੋ ਪਰਖ ਕੈ ਨਾਨਕ ਹੋਏ ਕੁਰਬਾਨ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਹਿੰਦੇ ਗੁਣੀ ਹੋਵੇ ਪਰ ਉਹਦੇ ਵਿੱਚ ਕੋਈ ਐਬ ਨਾ ਹੋਵੇ, ਐਬ ਤੋਂ ਰਹਿਤ ਹੋਵੇ। ਤੇ ਗੁਰੂ ਨਾਨਕ ਪਾਤਸ਼ਾਹ ਫਿਰ ਐਸੇ ਸਿੱਖ ਨੂੰ ਪਰਖ ਕੇ ਕਿ ਇਹਦੇ ਵਿੱਚ ਕੋਈ ਐਬ ਨਹੀਂ ਗੁਣਾਂ ਦੇ ਹੁੰਦਿਆਂ ਹੋਇਆਂ ਵੀ, ਤੇ ਪਾਤਸ਼ਾਹ ਉਹਦੇ ਤੋਂ ਕੁਰਬਾਨ ਜਾਂਦੇ ਨੇ, ਬਲਿਹਾਰ ਜਾਂਦੇ ਹਨ। ਗੁਰੂ ਨਾਨਕ ਪਾਤਸ਼ਾਹ ਐਸੇ ਸਿੱਖ ਦੀ ਪਰਖ ਕਰਕੇ ਉਹਦੇ ਤੋਂ ਕੁਰਬਾਨ ਜਾਂਦੇ ਹਨ। ਨਿਸ਼ਾਨੀ ਚੰਦ ਲੱਗਿਓ ਸੁਨਿਆਰਾ ਕੜਨ ਕੋ ਆਪੇ ਲੈ ਦੇਤਾ। ਹੁਣ ਪਾਤਸ਼ਾਹ ਜੀ ਨੇ ਕਹਿ ਦਿੱਤਾ ਖਜ਼ਾਨਚੀ ਨੂੰ ਕਿ ਜਦੋਂ ਆਵੇ ਇਹਨੂੰ ਸੋਨੇ ਦੀਆਂ ਸ਼ਰਫੀਆਂ ਦੇ ਕੇ ਗਹਿਣੇ ਬਣਾ ਲਵੋ। ਹੁਣੇ ਲੜਕੇ ਨੇ ਜਦੋਂ ਆਉਣਾ ਸੋਨੇ ਦੀਆਂ ਸ਼ਰਫੀਆਂ ਪ੍ਰਾਪਤ ਕਰਨੀਆਂ ਕਰਕੇ ਗਹਿਣੇ ਘੜਨੇ ਸ਼ੁਰੂ ਕਰ ਦਿੱਤੇ। ਆਪੇ ਸੋਨਾ ਇਥੋਂ ਖਜ਼ਾਨਚੀ ਕੋਲੋਂ ਲੈ ਲੈਂਦਾ ਤੇ ਆਪ ਹੀ ਗਹਿਣੇ ਤਿਆਰ ਕਰਕੇ ਘੜ ਕੇ ਖਜ਼ਾਨਚੀ ਕੋਲ ਜਮ੍ਹਾਂ ਕਰਵਾ ਦਿੰਦਾ। ਲੇਖਾ ਕੋਏ ਨਾ ਬੂਝਤੋ ਕਿਆ ਦੇਤ ਅਰ ਲੇਤਾ। ਕੋਈ ਨਹੀਂ ਪੁੱਛਦਾ, ਲੇਖਾ ਜੋਖਾ ਕੋਈ ਨਹੀਂ ਕਰਦਾ। ਬੜਾ ਇਤਬਾਰ ਇਹਦੇ ਤੇ ਕੀਤਾ, ਭਰੋਸਾ ਕੀਤਾ। ਹੁਣ ਕੋਈ ਲੇਖਾ ਜੋਖਾ ਨਹੀਂ ਪੁੱਛਦਾ ਕਿ ਕੀ ਲਿਜਾ ਰਿਹਾ ਤੇ ਕੀ ਵਾਪਸ ਲੈ ਕੇ ਆ ਰਿਹਾ, ਜਮ੍ਹਾਂ ਕਰਵਾ ਰਿਹਾ। ਇਸ ਲੇਖੇ ਜੋਖੇ ਨੂੰ ਕੋਈ ਨਹੀਂ ਵੇਖਦਾ। ਕੋਸ਼ਪ ਕੋ ਇੱਕ ਦਿਨ ਕਯੋ ਸਤਿਗੁਰ ਸਮਝਾਏ। ਤੇ ਇੱਕ ਦਿਨ ਖਜ਼ਾਨਚੀ ਨੂੰ ਗੁਰੂ ਪਾਤਸ਼ਾਹ ਜੀ ਨੇ ਆਪਣੇ ਕੋਲ ਬੁਲਾਇਆ। ਕਲਗੀਧਰ ਪਾਤਸ਼ਾਹ ਦਸ਼ਮੇਸ਼ ਪਿਤਾ ਜੀ ਨੇ ਆਪਣੇ ਕੋਲ ਬੁਲਾਇਆ। ਖਜ਼ਾਨਚੀ ਨੂੰ ਬੁਲਾ ਕੇ ਕਹਿ ਕੇ ਸਮਝਾਉਣਾ ਕੀਤਾ। ਕੰਚਨ ਦੀਜੈ ਤੋਲ ਕੈ ਨੈ ਤਾਏ ਬਤਾਏ। ਹੁਣ ਕੁਝ ਦਿਨ ਤਾਂ ਜਿਹੜਾ ਸੋਨਾ ਸੀ, ਅਸ਼ਰਫੀਆਂ ਸਨ ਸੋਨੇ ਦੀਆਂ, ਹੁਣ ਇਹਨੇ ਕਿਹਾ ਸੀ ਮੇਰੇ ਵਿੱਚ ਐਬ ਕੋਈ ਨਹੀਂ। ਹੁਣ ਪਰਖ ਦੀ ਘੜੀ ਆ ਗਈ ਤੇ ਪਾਤਸ਼ਾਹ ਜੀ ਨੇ ਖੁੱਲਾ ਛੱਡ ਦਿੱਤਾ ਵੀ ਠੀਕ ਹੈ, ਜਿੰਨਾ ਸੋਨਾ ਮੰਗੇ ਉਹਨਾਂ ਦੇ ਦਿਓ, ਗਹਿਣੇ ਤਿਆਰ ਕਰਵਾ ਕੇ ਤੋਂ ਲੈ ਕੇ ਖਜ਼ਾਨੇ 'ਚ ਜਮ੍ਹਾਂ ਕਰੋ।
ਹੁਣ ਇਹਨੇ ਵੇਖਿਆ ਕਿ ਗੁਰੂ ਪਾਤਸ਼ਾਹ ਜੀ ਨੇ ਤਾਂ ਮੇਰੇ ਤੇ ਵਿਸ਼ਵਾਸ ਕਰ ਲਿਆ, ਇਤਬਾਰ ਕਰ ਲਿਆ, ਪਰ ਪਾਤਸ਼ਾਹ ਤਾਂ ਅੰਤਰਜਾਮੀ, ਉਹ ਤਾਂ ਘਟ ਦੀਆਂ ਜਾਣਨ ਵਾਲੇ। ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਖਜ਼ਾਨਚੀ ਨੂੰ ਬੁਲਾਇਆ ਤੇ ਬੁਲਾ ਕੇ ਸਮਝਾ ਦਿੱਤਾ ਕਿ ਹੁਣ ਜਦੋਂ ਇਸ ਲੜਕੇ ਨੂੰ, ਸੁਨਿਆਰੇ ਦੇ ਪੁੱਤਰ ਨੂੰ ਸੋਨੇ ਦੀਆਂ ਅਸ਼ਰਫੀਆਂ ਦੇਣੀਆਂ ਨੇ, ਉਹ ਤੋਲ ਕੇ ਦੇਣੀਆਂ ਨੇ, ਤੇ ਜਦੋਂ ਇਹ ਗਹਿਣੇ ਘੜ ਕੇ ਲਿਆਵੇ ਉਹਨਾਂ ਨੂੰ ਵੀ ਤੋਲ ਲੈਣਾ ਹੈ। 20 ਦੀਨ ਦਿਨਾਰ ਤਿਸ 20 ਦੀਨ ਦਿਨਾਰ ਤਿਸ ਕੈ ਕਟਕ ਕੜਾਏ। ਪਰ ਇਹਨੂੰ ਨਹੀਂ ਪਤਾ ਹੋਣਾ ਚਾਹੀਦਾ ਕਿ ਇਹਨਾਂ ਨੂੰ ਤੋਲਿਆ ਗਿਆ ਹੈ। ਪਰਦੇ ਵਿੱਚ ਉਹਨਾਂ ਨੂੰ ਤੋਲ ਲੈਣਾ, ਇਹਨੂੰ ਫੜਾ ਦੇਣੀਆਂ ਨੇ। ਹੁਣ ਖਜ਼ਾਨਚੀ ਨੇ 7 ਬਚਨ ਕਿਹਾ, ਗੁਰੂ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ 20 ਅਸ਼ਰਫੀਆਂ ਜਿਹੜੀਆਂ ਸੋਨੇ ਦੀਆਂ ਸਨ, ਉਹ ਇਸ ਸੁਨਿਆਰੇ ਦੇ ਪੁੱਤਰ ਨੂੰ ਗਹਿਣੇ ਤਿਆਰ ਕਰਨ ਵਾਸਤੇ ਦਿੱਤੀਆਂ। ਤਿਆਰ ਕਰਿਓ ਜਬ ਲਿਆਏ ਤੈਂ ਪ੍ਰਭ ਨਿਕਟ ਮੰਗਾਏ। ਤੇ ਹੁਣ ਜਦੋਂ ਇਹ ਤਿਆਰ ਕਰਕੇ ਲਿਆਇਆ, 20 ਅਸ਼ਰਫੀਆਂ ਸੋਨੇ ਦੀਆਂ ਲੈ ਗਿਆ, ਉਹਦੇ ਤੋਂ ਗਹਿਣੇ ਘੜ ਕੇ ਲਿਆਇਆ। ਗਹਿਣੇ ਤਿਆਰ ਕਰਕੇ ਜਦੋਂ ਨੇ ਗੁਰੂ ਪਾਤਸ਼ਾਹ ਜੀ ਦੇ ਕੋਲ ਲਿਆਂਦੇ, ਗੁਰੂ ਪਾਤਸ਼ਾਹ ਜੀ ਦੇ ਕੋਲ ਸੌਂਪਣਾ ਕੀਤੇ। ਤੋਲੇ ਧਰ ਕਰ ਤੋਲਾ ਪਰ ਭਾਈ ਮੋਰ 17। ਤੇ ਹੁਣ ਕੀ ਹੋਇਆ, ਖਜ਼ਾਨਚੀ ਨੂੰ ਕਹਿ ਦਿੱਤਾ ਦਾ ਵਜ਼ਨ ਕਰੋ। ਤੇ ਜਦੋਂ ਵਜ਼ਨ ਕੀਤਾ, ਦਿੱਤੀਆਂ 20 ਸਰਫੀਆਂ ਸਨ ਤੇ 17 ਦਾ ਵਜ਼ਨ ਨਿਕਲਿਆ। 3 ਜਿਹੜੀਆਂ ਸਨ ਉਹ ਗਾਇਬ ਕਰਤੀਆਂ ਵਿੱਚੋਂ, 3 ਰੱਖ ਲਈਆਂ। 3 ਰੱਖ ਕੇ ਤੇ 17 ਜਿਹੜੀਆਂ ਸ਼ਰਫੀਆਂ ਸਨ ਉਹਦੇ ਗਹਿਣੇ ਘੜ ਕੇ ਲਿਆ ਦਿੱਤੇ। ਇਸ ਤਰ੍ਹਾਂ ਦੇ ਨਾਲ ਇਹ ਵਜ਼ਨ ਘੱਟ ਨਿਕਲਿਆ। ਸਕਲ ਵਿਭੂਖਨ ਤੋਲੀਏ ਗੁਰ ਬਾਕੀ ਉਚਾਰਾ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਹੁਣ ਕਿਹਾ ਖਜ਼ਾਨਚੀ ਨੂੰ, ਜਿਹੜੇ ਪਹਿਲਾਂ ਗਹਿਣੇ ਆਏ ਨੇ, ਕਹਿੰਦੇ ਹੁਣ ਉਹ ਵੀ ਤੋਲ ਕੇ ਵੇਖੋ। ਕਹਿੰਦੇ ਉਹਨਾਂ ਦਾ ਵੀ ਵਜ਼ਨ ਕਰੋ। ਜਿਹੜੇ ਇਹਨੇ ਗਹਿਣੇ ਪਹਿਲਾਂ ਬਣਾਏ ਨੇ, ਉਹਨਾਂ ਗਹਿਣਿਆਂ ਨੂੰ ਵੀ ਤੋਲਣਾ ਕਰੋ, ਉਹਨਾਂ ਦਾ ਵੀ ਵਜ਼ਨ ਕਰੋ। ਕੋਸ਼ ਪਿਆਨ ਹਜ਼ੂਰ ਮੈਂ ਤੋਲੇ ਜਿਸ ਕਾਲਾ। ਤੇ ਹੁਣ ਕੋਸ਼ਬ ਖਜ਼ਾਨਚੀ ਨੇ ਜਦੋਂ ਗੁਰੂ ਪਾਤਸ਼ਾਹ ਜੀ ਦਾ ਹੁਕਮ ਪਾ ਕੇ ਜਿਹੜੇ ਗਹਿਣੇ ਇਸ ਲੜਕੇ ਨੇ ਪਹਿਲਾਂ ਬਣਾ ਕੇ ਲਿਆਂਦੇ, ਉਹਨਾਂ ਦਾ ਵਜ਼ਨ ਕੀਤਾ। ਸਰਬ ਕਟੇ ਕਿਮ ਪੂਰ ਹੋਏ ਜੋ ਹੀਮ ਨਿਕਾਲਾ। ਤੇ ਕਹਿਣ ਲੱਗਾ ਹੁਣ ਜਦੋਂ ਸਾਰੇ ਖਜ਼ਾਨੇ ਖਜ਼ਾਨਚੀ ਨੇ ਤੋਲੇ, ਸਾਰੇ ਘੱਟ ਨਿਕਲੇ। ਕਿਵੇਂ ਪੂਰੇ ਹੋਣ? ਕਿਉਂਕਿ ਸਾਰਿਆਂ ਦੇ ਵਿੱਚੋਂ ਕਾਟ ਕੱਟ ਲਈ, ਸਾਰਿਆਂ ਵਿੱਚੋਂ ਟਾਂਕਾ ਲਾ ਲਿਆ। ਤੇ ਜਦੋਂ ਸਾਰਿਆਂ ਵਿੱਚੋਂ ਲਾਇਆ ਹੋਇਆ ਸੀ, ਸਾਰਿਆਂ ਵਿੱਚੋਂ ਹੇਰਾਫੇਰੀ ਕੀਤੀ ਹੋਈ ਸੀ, ਉਹ ਹੁਣ ਪੂਰਾ ਕਿਵੇਂ ਹੋਵੇ? ਉਹ ਵਜ਼ਨ ਪੂਰਾ ਹੀ ਨਹੀਂ ਹੋ ਸਕਦਾ। ਉਹ ਸਾਰੇ ਗਹਿਣੇ ਜਿਹੜੇ ਸਨ ਘੱਟ ਤੋਲ ਦੇ ਨਿਕਲੇ। ਸ਼੍ਰੀ ਕਲਗੀ ਧਰ ਤਬ ਕਹਿਓ ਲੜਕੇ ਤੈਂ ਪਾਖਾ। ਹੁਣ ਇਹ ਕੋਲ ਹੀ ਖੜਾ ਸੀ ਤੇ ਇਹ ਨੌਜਵਾਨ ਨੂੰ ਕਹਿਣ ਲੱਗੇ, ਸਤਿਗੁਰੂ ਪਾਤਸ਼ਾਹ ਕਲਗੀਧਰ ਦਸ਼ਮੇਸ਼ ਪਿਤਾ ਕਹਿਣ ਲੱਗਿਆ, ਨੌਜਵਾਨ ਤੂੰ ਸਾਨੂੰ ਇੱਕ ਬਚਨ ਕਿਹਾ ਸੀ, ਇੱਕ ਗੱਲ ਕਹੀ ਸੀ, ਸਤ ਸੰਗੀ ਮੈਂ ਸਦਾ ਹੋ ਮਨ ਐਬ ਨਾ ਰਾਖਾ। ਕਿ ਮੈਂ ਤਾਂ ਜੀ ਸਤ ਸੰਗੀ ਆ, ਮੇਰੇ ਵਿੱਚ ਤਾਂ ਕੋਈ ਐਬ ਨਹੀਂ ਕਿਸੇ ਪ੍ਰਕਾਰ ਦਾ। ਜਦੋਂ ਅਸੀਂ ਤੈਨੂੰ ਪੁੱਛਿਆ ਸੀ ਵੀ ਤੇਰੇ ਵਿੱਚ ਕੋਈ ਐਬ ਤਾਂ ਨਹੀਂ, ਤੂੰ ਕਿਹਾ ਸੀ ਨਹੀਂ ਜੀ ਮੈਂ ਸਤ ਸੰਗੀ ਆ, ਮੇਰੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਐਬ ਨਹੀਂ। ਅਪਰ ਐਬ ਕਿਆ ਹੋਤ ਹੈ ਹਮ ਦਿਓ ਬਤਾਈ। ਤੇ ਹੋਰ ਐਬ ਕਿਹੜਾ ਹੁੰਦਾ ਹੈ? ਐ ਨੌਜਵਾਨ, ਤੂੰ ਕਹਿੰਦਾ ਮੇਰੇ ਵਿੱਚ ਐਬ ਨਹੀਂ, ਤੇ ਫਿਰ ਐਬ ਕਿੱਦਾਂ ਦਾ ਹੁੰਦਾ ਉਹ ਸਾਨੂੰ ਦੱਸਣਾ ਕਰ। ਤੂੰ ਪੀ ਰਿਓ ਮਸੰਦ ਸਮ ਨਿਜ ਸਾਧ ਬਤਾਈ। ਕਹਿਣ ਲੱਗੇ ਤੂੰ ਵੀ ਮਸੰਦਾਂ ਵਰਗਾ ਹੀ ਨਿਕਲਿਆ, ਤੂੰ ਵੀ ਮਸੰਦਾਂ ਦੇ ਸਮਾਨ ਹੀ ਆ। ਜਿਵੇਂ ਮਸੰਦ ਹੇਰਾ ਫੇਰੀਆਂ ਕਰਦੇ ਸਨ ਤੇ ਉਹ ਵੀ ਕਹਿੰਦੇ ਸਨ ਸਾਡੇ ਵਰਗਾ ਕੋਈ ਸਾਧ ਹੀ ਨਹੀਂ। ਕਹਿੰਦੇ ਉਹ ਮਸੰਦਾਂ ਦੇ ਸਮਾਨ ਉਹਨਾਂ ਦੇ ਤੁਲ ਤੋਂ ਨਿਕਲਿਆ ਹੈ। ਗੁਰ ਕਰਤੇ ਮਿਹਨਤ ਵਜੋਂ ਤੋਏ ਮਿਲਤ ਕੇ ਨਾਈ। ਹਾਂ ਇੱਕ ਗੱਲ ਦੱਸ ਵੀ ਜਿਹੜੇ ਤੇਰੇ ਕੋਲੋਂ ਅਸੀਂ ਗਹਿਣੇ ਤਿਆਰ ਕਰਵਾਉਨੇ ਆ, ਜਿਹੜਾ ਤੇਰਾ ਮਿਹਨਤਾਨਾ ਹੈ, ਜਿਹੜੇ ਤੇਰੇ ਮਿਹਨਤ ਹੈ, ਉਹਦਾ ਤੈਨੂੰ ਗੁਰੂ ਘਰ ਦੇ ਵਿੱਚੋਂ ਮਿਹਨਤਾਨਾ ਮਿਲਦਾ ਕਿ ਨਹੀਂ? ਅਸੀਂ ਤੇਰੇ ਤੋਂ ਫ੍ਰੀ ਵਿੱਚ ਗਹਿਣੇ ਨਹੀਂ ਕਢਵਾ ਰਹੇ, ਉਹ ਤੇਰੀ ਮਿਹਨਤ ਬਕਾਇਦਾ ਤੈਨੂੰ ਦੇ ਰਹੇ ਆ। ਤੂੰ ਇਹ ਦੱਸ ਕੇ ਕੀਤੇ ਕੰਮ ਦਾ ਮਿਹਨਤਾਨਾ ਤੈਨੂੰ ਗੁਰੂ ਘਰ ਵਿੱਚੋਂ ਪ੍ਰਾਪਤ ਹੁੰਦਾ ਹੈ ਕਿ ਨਹੀਂ? ਸੁਨ ਸ਼ਰਮਿੰਦਾ ਹੋਏ ਰਿਓ ਬਾਕ ਨਾ ਮੁਖ ਮਾਈ। ਹੁਣ ਬੜਾ ਸ਼ਰਮਿੰਦਾ ਹੋਇਆ, ਨੀਵੀਂ ਪਾਈ ਹੈ
ਧੌਣ ਥੱਲੇ ਸੁੱਟੀ ਬੜੀ ਨੀਵੀਂ ਪਾ ਕੇ ਸ਼ਰਮਿੰਦਾ, ਮੁਖ ਦੇ ਵਿੱਚੋਂ ਹੁਣ ਕੋਈ ਗੱਲ ਨਹੀਂ ਨਿਕਲਦੀ, ਕੋਈ ਬਚਨ ਨਹੀਂ ਆਉੜਦਾ। ਛੰਦ ਗੁਰ ਜੀ ਪੰਨਿਓ ਸਭ ਇਨ ਸੁਨਿਓ। ਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਹੁਣ ਸਿੱਖ ਸੰਗਤਾਂ ਸਾਰੇ ਸਿੱਖ ਬੈਠੇ ਸਨ, ਸਾਰਿਆਂ ਨੂੰ ਉਪਦੇਸ਼ ਦਿੰਦਿਆਂ ਗੁਰੂ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ ਤੇ ਜੋ ਗੁਰੂ ਪਾਤਸ਼ਾਹ ਜੀ ਉਪਦੇਸ਼ ਦੇ ਰਹੇ ਨੇ ਉਹ ਸਾਰੇ ਬੜੇ ਧਿਆਨ ਨਾਲ ਸੁਣ ਰਹੇ ਹਨ। ਜੱਟ ਪੰਜਾਲੀ ਚੱਕ ਗੁਰੂ ਕਾ ਹੱਕ। ਕਹਿੰਦੇ ਜੱਟ ਪੰਜਾਲੀ ਚੱਕ, ਜਿਹੜਾ ਜ਼ਿਮੀਂਦਾਰ ਹੈ, ਖੇਤੀ ਕਰਨ ਵਾਲਾ ਹੈ, ਕਹਿੰਦੇ ਉਹ ਪੰਜਾਲੀ ਚੁੱਕਦਾ ਹੈ ਤੇ ਖੇਤੀ ਕਰਦਾ ਹੈ, ਦਸਾਂ ਨੌਹਾਂ ਦੀ ਕਿਰਤ ਕਰਦਾ ਹੈ। ਸਮਾਂ ਤਬਦੀਲੀ ਹੋਈ ਤੇ ਅੱਜ ਮਸ਼ੀਨੀ ਯੁੱਗ ਹੋ ਗਿਆ। ਪਿਛਲੇ ਸਮਿਆਂ ਦੇ ਵਿੱਚ ਜਿਹੜੇ ਬਜ਼ੁਰਗ ਸਨ ਸਾਡੇ, ਉਹ ਬਲਦਾਂ ਦੇ ਨਾਲ ਖੇਤੀ ਕਰਿਆ ਕਰਦੇ ਸਨ। ਪੰਜਾਲੀ ਜਿਹੜੀ ਸੀ ਉਹਦੇ ਵਿੱਚ ਬਲਦਾਂ ਨੂੰ ਜੋੜਦੇ ਸਨ ਤੇ ਫਿਰ ਜ਼ਮੀਨ ਵਾਹੀ ਜਾਂਦੀ ਸੀ, ਫਸਲ ਬੀਜਦੇ ਸਨ। ਸੋ ਕਹਿਣ ਲੱਗੇ ਜਿਹੜਾ ਜ਼ਿਮੀਂਦਾਰ ਹੈ ਉਹ ਆਪਣੀ ਪੰਜਾਲੀ ਚੁੱਕਦਾ ਹੈ, ਖੇਤੀ ਦਾ ਕੰਮ ਕਰਦਾ ਹੈ, ਦਸਾਂ ਨੌਹਾਂ ਦੀ ਕਿਰਤ ਕਰਦਾ ਹੈ, ਮਿਹਨਤ ਕਰਦਾ ਹੈ, ਹੱਡ ਭੰਨਵੀਂ ਮਿਹਨਤ, ਤੇ ਹੱਡ ਭੰਨਵੀਂ ਮਿਹਨਤ ਕਰਕੇ ਦਸਾਂ ਨੌਹਾਂ ਦੀ ਕਿਰਤ ਕਰਕੇ ਗੁਰੂ ਦਾ ਜਿਹੜਾ ਬਣਦਾ ਹੱਕ ਹੈ ਦਸਵੰਧ, ਕਹਿੰਦੇ ਉਹ ਵੀ ਕੱਢਦਾ, ਉਹ ਦਸਵੰਧ ਗੁਰੂ ਦੇ ਕੋਲ ਪਹੁੰਚਾਉਂਦਾ ਹੈ। ਕਮਾਏ ਕੇ ਛੱਕ, ਤੇ ਕਮਾਈ ਕਰਦਾ ਹੈ, ਨਾਲੇ ਗੁਰੂ ਦਾ ਦਸਵੰਧ ਕੱਢਦਾ ਹੈ ਤੇ ਨਾਲੇ ਆਪ ਰੱਜ ਕੇ ਛਕਦਾ ਹੈ। ਦਸਾਂ ਨੌਹਾਂ ਦੀ ਕਿਰਤ ਕਰਦਾ ਹੈ, ਉਹਦੇ ਵਿੱਚੋਂ ਨਾਲੇ ਆਪ ਛਕਦਾ ਹੈ ਤੇ ਗੁਰੂ ਘਰ ਦੇ ਵਿੱਚ ਜਿਹੜਾ ਦਸਵੰਧ ਹੈ ਉਹ ਗੁਰੂ ਕਾ ਕੱਢਦਾ ਹੈ। ਨਿਸ਼ਾਨੀ ਚੰਦ ਸੁਨ ਸਿੱਖਨ ਬੂਝਿਓ ਬਾਹੁਰ ਸਿੱਖ ਸਕਲ ਤੁਮਾਰੇ। ਤੇ ਹੁਣ ਉੱਥੇ ਸਾਰੇ ਬਹੁਤ ਸਿੱਖ ਬੈਠੇ ਸਨ, ਬੜੇ ਹੈਰਾਨ ਹੋਏ ਵੀ ਗੁਰੂ ਪਾਤਸ਼ਾਹ ਜੀ ਨੇ ਇਕੱਲੇ ਜੱਟ ਜ਼ਿਮੀਂਦਾਰ ਦੀ ਗੱਲ ਹੀ ਕਿਉਂ ਕੀਤੀ ਹੈ। ਉਹ ਹੁਣ ਪੁੱਛਣ ਲੱਗੇ ਗੁਰੂ ਪਾਤਸ਼ਾਹ ਜੀ ਨੂੰ, ਸਤਿਗੁਰੂ ਜੀ ਅਸੀਂ ਤੁਹਾਡੇ ਸਾਰੇ ਹੀ ਸਿੱਖ ਹਾਂ। ਦਿਜ ਖੱਤਰੀ ਬਿਟ ਸ਼ੂਦਰ ਜੇ ਇਹ ਵਰਣ ਜੋ ਚਾਰੇ। ਜਿਹੜੇ ਹੁਣ ਬ੍ਰਾਹਮਣ ਵੱਲੋਂ ਵਰਨ ਵੰਡ ਪਾਈ ਹੋਈ ਸੀ, ਖੱਤਰੀ ਬ੍ਰਾਹਮਣ ਸ਼ੂਦ ਵੈਸ, ਇਹ ਚਾਰ ਵਰਣਾਂ ਦੇ ਵਿੱਚ ਸਮਾਜ ਜਿਹੜਾ ਵੰਡਿਆ ਹੋਇਆ ਸੀ। ਕਹਿੰਦੇ ਚਾਰੇ ਵਰਣਾਂ ਦੇ ਵਿੱਚੋਂ ਹੀ ਗੁਰੂ ਪਾਤਸ਼ਾਹ ਆਪ ਜੀ ਦੇ ਸਿੱਖ ਵੀ ਨੇ। ਚਾਰੇ ਵਰਣਾਂ ਦੇ ਵਿੱਚੋਂ ਆ ਕੇ ਆਪ ਜੀ ਦੀ ਸਾਰਿਆਂ ਨੇ ਸਿੱਖੀ ਵੀ ਧਾਰਨ ਕੀਤੀ, ਆਪ ਜੀ ਦੇ ਸਿੱਖ ਵੀ ਹਨ। ਤੁਮਨੇ ਏਕੋ ਜੱਟਈ ਅਬ ਭਲੇ ਸਲਾਇਓ। ਤੁਸੀਂ ਤਾਂ ਇੱਕ ਜੱਟ ਦੀ ਸ਼ਲਾਘਾ ਕੀਤੀ ਹੈ, ਇੱਕ ਜੱਟ ਨੂੰ ਜ਼ਿਮੀਂਦਾਰ ਨੂੰ ਸਲਾਹੁਣਾ ਕੀਤਾ ਪਾਤਸ਼ਾਹ। ਹੁਣ ਚਾਰੇ ਵਰਣਾਂ ਵਿੱਚੋਂ ਅਸੀਂ ਤੁਹਾਡੇ ਸਿੱਖ ਬਣੇ ਹੋਏ ਆ, ਪਰ ਤੁਸੀਂ ਇੱਕ ਕੇਵਲ ਜ਼ਿਮੀਂਦਾਰ ਦੀ ਜੱਟ ਦੀ ਗੱਲ ਕੀਤੀ ਹੈ, ਉਹਨੂੰ ਸਲਾਹੁਣਾ ਕੀਤਾ ਹੈ। ਸਿੰਘਨ ਤੇ ਸੁਨ ਕੇ ਪ੍ਰਭੂ ਸ਼੍ਰੀ ਮੁਖ ਤੇ ਪ੍ਰਾਇਓ। ਤੇ ਹੁਣ ਜਦੋਂ ਗੁਰਸਿੱਖਾਂ ਨੇ ਪੁੱਛਿਆ ਗੁਰੂ ਪਾਤਸ਼ਾਹ ਜੀ ਨੂੰ, ਸਿੰਘਾਂ ਦੇ ਪੁੱਛਣ ਤੇ ਗੁਰੂ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ ਜੱਟ ਪਟ ਨਟ ਤਨਟ ਜੇ ਮੁਖ ਕੋ ਹਟ ਪਾਲੇ। ਜੱਟ ਜ਼ਿਮੀਂਦਾਰਾ ਕਰਨ ਵਾਲਾ, ਖੇਤੀ ਕਰਨ ਵਾਲਾ, ਉਹਨੂੰ ਜੱਟ ਕਹਿੰਦੇ ਨੇ। ਭੱਟ ਗੁਰੂ ਦੀ ਸਿਫਤ ਕਰਨ ਵਾਲੇ, ਉਸਤਤ ਕਰਨ ਵਾਲੇ ਜਿਹੜੇ। ਨਟ ਜਿਹੜੇ ਆ ਨਾਟਕ ਆਦਿ ਖੇਡਦੇ ਨੇ, ਤਮਾਸ਼ੇ ਕਰਨ ਵਾਲੇ। ਧਨੱਟ ਧਨੱਟ ਕਹਿੰਦੇ ਨੇ ਜੋ ਧਨੀ ਨੇ, ਕਹਿੰਦੇ ਇਹ ਆਪਣਾ ਮੂੰਹ ਦਾ ਕਿਹਾ ਹੋਇਆ ਜਿਹੜਾ ਹੱਠ ਹੈ ਉਹਨੂੰ ਪਾਲਦੇ ਹਨ। ਅਪਰ ਕਏ ਪਰ ਨਹਿਰਾਏ ਕੈ ਮੁਖ ਤੇ ਹਾਲੇ। ਕਿਉਂਕਿ ਉਹ ਦੂਸਰੇ ਦੇ ਕਹੇ ਉੱਤੇ ਨਹੀਂ ਰਹਿੰਦੇ, ਜਿਹੜੀ ਗੱਲ ਕੋਈ ਦੂਸਰੇ ਨੇ ਕਹਿ ਦਿੱਤੀ ਉਹਦੇ ਤੇ ਨਹੀਂ ਰਹਿੰਦੇ, ਆਪਣੀ ਜਿਹੜੀ ਕਹੀ ਹੋਈ ਹੈ ਨਾ ਗੱਲ ਮੂੰਹ ਤੋਂ, ਉਹਦੇ ਤੇ ਪੂਰਾ ਖਰੇ ਉਤਰਦੇ ਨੇ। ਉਹਦਾ ਹੱਠ ਕਰਕੇ ਉਹ ਕੀਤੇ ਹੋਏ ਬਚਨ ਨੂੰ ਪਾਲਦੇ ਨੇ। ਆਮ ਜਿਹੜੇ ਮਨੁੱਖ ਨੇ ਉਹ ਕੀ ਕਹਿੰਦੇ ਕਰਦੇ ਨੇ, ਉਹ ਮੂੰਹ ਤੋਂ ਕਹੀ ਹੋਈ ਗੱਲ ਤੋਂ ਇੱਥੇ ਕਹਿ ਕੇ ਜਾਂਦੇ ਨੇ, ਉੱਥੇ ਜਾ ਕੇ ਮੁੱਕਰ ਜਾਂਦੇ ਨੇ, ਫਿਰ ਜਾਂਦੇ ਨੇ, ਆਪਣੀ ਗੱਲ ਤੇ ਖਰੇ ਨਹੀਂ ਉਤਰਦੇ, ਰਹਿੰਦੇ ਹੀ ਨਹੀਂ, ਖੜਦੇ ਨਹੀਂ ਉੱਥੇ। ਕਹਿਣ ਲੱਗੇ ਇਹ ਆਪਣੇ ਹੱਠ ਨੂੰ ਪਾਲਦੇ ਹਨ। ਸਿੱਖੋ ਸੁਨੀਏ ਸਿੱਖ ਮਮ ਸਿਦਕੀ ਲਖ ਤੀਨੇ। ਕਹਿਣ ਲੱਗੇ ਹੈ ਸਿੱਖੋ ਸੁਨੋ, ਇਹ ਜਿਹੜੇ ਤਿੰਨ ਹਨ ਇਹ ਸਾਡੇ ਪੱਕੇ ਸਿਦਕੇ ਸਿੱਖ ਜਾਣੋ। ਸਿੱਖੀ ਬੰਟੀ ਤੀਸਰੇ ਸੰਗਤ ਸਭ ਹੀ ਨੇ। ਕਹਿਣ ਲੱਗੇ ਕਿ ਜਿਹੜੀ ਦੋ ਹਿੱਸੇ ਦੀ ਸਿੱਖੀ ਹੈ ਉਹ ਤਾਂ ਮੈਂ ਇਹਨਾਂ ਵਿੱਚ ਵੰਡੀ ਹੈ, ਤੇ ਤੀਸਰੇ ਹਿੱਸੇ ਦੀ ਜਿਹੜੀ ਸਿੱਖੀ ਹੈ ਮੈਂ ਬਾਕੀ ਸਿੱਖਾਂ ਦੇ ਵਿੱਚ ਵੰਡੀ ਹੈ। ਉਹ ਕਿਹੜੀ ਅੱਗੇ ਦੱਸਦੇ ਹਨ। ਚੋਪਈ
ਜੱਟ ਵਣਜਾਰਾ ਰੋੜਾ ਸਾਰਾ। ਕਹਿਣ ਲੱਗੇ ਜੱਟ ਜ਼ਿਮੀਂਦਾਰਾ ਕਰਨ ਵਾਲਾ, ਵਣਜ ਕਰਨ ਵਾਲਾ ਵਪਾਰੀ ਤੇ ਅਰੋੜੇ ਜਿਹੜੇ ਮਿਹਨਤ ਕਰਦੇ ਨੇ, ਜਿਹੜੇ ਆਪਣੇ ਕਹੇ ਹੋਏ ਬਚਨ ਨੂੰ ਪਾਲਦੇ ਨੇ, ਦਸਾਂ ਨੌਹਾਂ ਦੀ ਜਿਹੜੇ ਕਿਰਤ ਕਰਦੇ ਹਨ। ਦੋ ਹਿੱਸੇ ਸਿੱਖੀ ਤਿੰਨ ਧਾਰਾ। ਕਹਿੰਦੇ ਦੋ ਹਿੱਸੇ ਦੀ ਸਿੱਖੀ ਮੈਂ ਇਹਨਾਂ ਦੇ ਵਿੱਚ ਵੰਡੀ ਹੈ। ਜੱਟ ਅਰੋੜੇ ਤੇ ਜਿਹੜੇ ਵਣਜਾਰੇ ਨੇ, ਵਣਜ ਕਰਨ ਵਾਲੇ, ਕਹਿੰਦੇ ਦੋ ਜਿਹੜੀ ਹੈ ਉਹ ਸਿੱਖੀ ਜਿਹੜੀ ਹੈ ਦੋ ਹਿੱਸਿਆਂ ਦੀ ਮੈਂ ਇਹਨਾਂ ਦੇ ਵਿੱਚ ਵੰਡੀ ਹੈ। ਤ੍ਰਿਤੀ ਭਾਗ ਸਭ ਮੈਂ ਵਰਤਾਈ। ਕਹਿਣ ਲੱਗੇ ਤੀਜੇ ਹਿੱਸੇ ਦੀ ਸਿੱਖੀ ਜਿਹੜੀ ਹੈ ਉਹ ਬਾਕੀ ਸਿੱਖਾਂ ਦੇ ਵਿੱਚ ਵੰਡਣਾ ਕੀਤੀ ਹੈ। ਧਰੇ ਹਿਰਦੇ ਸੋ ਪਾਰ ਪਰਾਈ। ਤੇ ਜਿਹੜਾ ਹਿਰਦੇ ਦੇ ਅੰਦਰ ਸਿੱਖੀ ਨੂੰ ਧਾਰਨ ਕਰਦਾ ਉਹ ਸੰਸਾਰ ਸਾਗਰ ਤੋਂ ਪਾਰ ਉਤਰ ਜਾਂਦਾ ਹੈ, ਸੰਸਾਰ ਸਾਗਰ ਨੂੰ ਪਾਰ ਕਰ ਲੈਂਦਾ ਹੈ ਜਿਹੜਾ ਗੁਰੂ ਦੀ ਸਿੱਖੀ ਨੂੰ ਹਿਰਦੇ ਵਿੱਚ ਧਾਰਨ ਕਰਦਾ ਹੈ। ਅਪਰ ਲੋਕ ਜੇ ਸਿੱਖ ਕਹਾਵੇ। ਕਹਿਣ ਲੱਗੇ ਬਹੁਤ ਲੋਕ ਐਸੇ ਵੀ ਨੇ ਜਿਹੜੇ ਆਪਣੇ ਆਪ ਨੂੰ ਸਿੱਖ ਖਵਾਉਂਦੇ ਨੇ। ਅੱਜ ਵੀ ਜੇ ਕਿਸੇ ਨੂੰ ਕਹੀਏ ਭਾਈ ਅੰਮ੍ਰਿਤ ਛਕ ਲੈ, ਗੁਰੂ ਵਾਲਾ ਬਣਦਾ, ਕਹਿੰਦਾ ਕਿਉਂ ਜੀ, ਮੈਂ ਅੰਮ੍ਰਿਤ ਛਕੇ ਬਿਨਾਂ ਸਿੱਖ ਨਹੀਂ ਆ, ਮੈਂ ਵੀ ਤਾਂ ਸਿੱਖ ਆ। ਕਹਿੰਦੇ ਉੱਪਰ ਹੋਰ ਜਿਹੜੇ ਲੋਕ ਨੇ ਜਿਹੜੇ ਆਪਣੇ ਆਪ ਨੂੰ ਸਿੱਖ ਸਦਵਾਉਂਦੇ ਹਨ। ਸਿੱਖੀ ਭੇਦ ਨਹੀਂ ਕੁਛ ਪਾਵੇ। ਪਰ ਸਿੱਖੀ ਦੇ ਭੇਦ ਨੂੰ ਨਹੀਂ ਜਾਣਦੇ, ਸਿੱਖੀ ਦਾ ਭੇਦ ਨਹੀਂ ਪਾ ਸਕਦੇ। ਬਾਹਰੋਂ ਜ਼ਰੂਰ ਵੇਸ਼ ਬਣਾ ਕੇ ਕਹਿਣਗੇ ਦਾੜੀ ਕੇਸ ਰੱਖ ਲੈ, ਗੁਰੂ ਦੀ ਸਿੱਖਿਆ ਧਾਰਨ ਨਹੀਂ ਕੀਤੀ, ਗੁਰੂ ਦੇ ਉਪਦੇਸ਼ ਦੀ ਕਮਾਈ ਨਹੀਂ ਕੀਤੀ, ਤੇ ਕਹਿਣ ਲੱਗੇ ਵੇਸ਼ ਬਣਾ ਕੇ ਬਾਹਰੀ ਵਿਖਾਵਾ ਕਰਕੇ ਕਹਿੰਦੇ ਅਸੀਂ ਵੀ ਸਿੱਖ ਹਾਂ, ਪਰ ਉਹ ਗੁਰੂ ਦੀ ਸਿੱਖੀ ਦਾ ਭੇਦ ਨਹੀਂ ਜਾਣਦੇ। ਸੋਹਿਤ ਖਾਵਣ ਲੋਭ ਪਦਾਰਥ। ਉਹਨਾਂ ਦੇ ਮਨ ਦੇ ਅੰਦਰ ਲੋਭ ਹੈ ਖਾਣ ਵਾਲੇ ਪਦਾਰਥਾਂ ਦਾ, ਉਹਦੇ ਵਾਸਤੇ ਸਿੱਖੀ ਧਾਰਨ ਕੀਤੀ ਉਹਨਾਂ ਨੇ। ਸਿੱਖੀ ਵਾਲੀ ਗੱਲ ਹੈ ਨਹੀਂ ਕੋਈ ਉਹਨਾਂ ਕੋਲ, ਅੰਦਰੋਂ ਸਿੱਖ ਨਹੀਂ, ਉਹ ਬਾਹਰੋਂ ਸਿੱਖ ਨੇ, ਸਿੱਖੀ ਦਾ ਭੇਦ ਹੀ ਨਹੀਂ ਜਾਣਦੇ। ਉਹ ਸਿਰਫ ਲੋਭ ਜਿਹੜਾ ਉਹਨਾਂ ਦੇ ਅੰਦਰ ਹੈ ਪਦਾਰਥਾਂ ਦਾ, ਖਾਣ ਦਾ ਬਣਿਆ ਹੋਇਆ। ਕਹਿੰਦੇ ਇਸ ਕਰਕੇ ਉਹ ਪਦਾਰਥਾਂ ਦੇ ਲੋਭ ਦੇ ਕਾਰਨ ਬਾਹਰੋਂ ਸਿੱਖ ਬਣੇ ਹੋਏ ਹਨ। ਬਨੇ ਸਿੱਖ ਪੁਰਵੇਂ ਨਿਜ ਸਵਾਰਥ। ਉਹ ਤਾਂ ਬਾਹਰੋਂ ਬਾਹਰੀ ਵਿਖਾਵੇ ਦੇ ਸਿੱਖ ਬਣ ਕੇ ਆਪਣਾ ਸਵਾਰਥ ਪੂਰਾ ਕਰਦੇ ਨੇ, ਅੰਦਰ ਸਿੱਖੀ ਵਾਲੀ ਗੱਲ ਨਹੀਂ। ਉਹ ਜੇ ਅੰਦਰੋਂ ਸਿੱਖ ਨਹੀਂ ਬਣੇ, ਗੁਰੂ ਦੇ ਉਪਦੇਸ਼ ਦੀ ਕਮਾਈ ਨਹੀਂ ਕੀਤੀ, ਸਿੱਖੀ ਤੋਂ ਕੋਹਾਂ ਦੂਰ ਨੇ। ਕਹਿੰਦੇ ਬਾਹਰੀ ਵਿਖਾਵਾ ਕਰਕੇ ਕੇਵਲ ਆਪਣਾ ਸਵਾਰਥ ਪੂਰਾ ਕਰਨ ਦੇ ਲਈ ਉਹ ਆਪਣੇ ਆਪ ਨੂੰ ਸਿੱਖ ਦੱਸਦੇ ਹਨ। ਕਹਾਂ ਕਰੇਗਾ ਸਿੱਖ ਜੇ ਸਿਦਕ ਨਾ ਧਾਰਦਾ। ਤੇ ਕਹਿਣ ਲੱਗੇ ਕਾਹਦਾ ਸਿੱਖ ਹੈ ਜੇ ਅੰਦਰ ਸਿਦਕ ਹੀ ਨਹੀਂ ਆਇਆ? ਉਹ ਕਾਹਦਾ ਸਿੱਖ ਹੈ? ਸਿੱਖ ਹੋਵੇ ਤੇ ਉਹ ਸਿਦਕ ਨਾ ਪਾਲੇ, ਉਹਦੇ ਅੰਦਰ ਸਿਦਕ ਨਾ ਹੋਵੇ, ਕਹਿੰਦੇ ਫਿਰ ਉਹ ਕਾਹਦਾ ਸਿੱਖ ਹੈ? ਕਹਾਂ ਕਰੇਗਾ ਵਣਜ ਜਾਨਾਏ ਪਸਾਰਦਾ। ਕਹਿਣ ਲੱਗੇ ਕਾਹਦਾ ਵਪਾਰੀ ਹੈ ਜੋ ਵਣਜ ਹੀ ਨਹੀਂ ਕਰਦਾ? ਹੁਣ ਕੋਈ ਕਹੇ ਕਿ ਮੈਂ ਬਹੁਤ ਵੱਡਾ ਵਪਾਰੀ ਆ ਤੇ ਵਣਜ ਕਰੇ ਨਾ, ਉਹ ਵਪਾਰੀ ਕਾਹਦਾ ਹੈ? ਕਿਉਂਕਿ ਵਣਜ ਕਰੇਗਾ ਤਾਂ ਹੀ ਵਪਾਰੀ ਹੈ ਨਾ। ਇਸ ਕਰਕੇ ਜੇ ਵਣਜ ਹੀ ਨਹੀਂ ਕਰਦਾ, ਪਾਤਸ਼ਾਹ ਜੀ ਕਹਿੰਦੇ ਫਿਰ ਉਹ ਕਾਹਦਾ ਵਪਾਰੀ ਹੈ? ਕਹਾਂ ਕਰੇਗਾ ਵੇਦ ਜੇ ਲੋਭ ਨਾ ਹਾਰਦਾ। ਤੇ ਕਹਿਣ ਲੱਗੇ ਵੇਦ ਪੜ੍ਹ ਲਏ, ਵੇਦਾਂ ਦਾ ਗਿਆਨ ਪ੍ਰਾਪਤ ਕਰ ਲਿਆ। ਕਹਿੰਦਾ ਜੀ ਮੈਂ ਬੜੇ ਵੇਦ ਪੜ੍ਹੇ ਨੇ, ਸਿਮਰਤੀਆਂ ਪੜ੍ਹੀਆਂ ਨੇ, ਬੜੇ ਧਰਮ ਗ੍ਰੰਥ ਪੜ੍ਹੇ ਨੇ, ਪਰ ਕਹਿੰਦੇ ਜੇ ਲੋਭ ਹੀ ਨਹੀਂ ਵਿਸਾਰਦਾ, ਅੰਦਰੋਂ ਲੋਭ ਹੀ ਨਹੀਂ ਗਿਆ, ਤੇ ਕਾਹਦੇ ਕੀ ਵੇਦ ਪੜ੍ਹਨ ਦਾ ਕੋਈ ਫਾਇਦਾ ਨਹੀਂ। ਕਹਾਂ ਕਰੇਗਾ ਜਨਮ ਜਾਨਈ ਚਿਤਾਰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਕਾਹਦਾ ਮਨੁੱਖਾ ਜਨਮ ਫਿਰ ਉਹਨੇ ਪ੍ਰਾਪਤ ਕੀਤਾ ਜੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਹੀ ਨਹੀਂ ਕਰਦਾ। ਦੁਲਭ ਦੇ ਪਾਏ ਵਡਭਾਗੇ, ਨਾਮ ਨਾ ਜਪੇ ਤਾਂ ਆਤਮ ਘਾਤੀ। ਕਹਿੰਦੇ ਮਨੁੱਖਾ ਜਨਮ ਪਾ ਕੇ ਜੇ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਨਾ ਕੀਤੀ, ਸਿਮਰਨ ਨਾ ਕੀਤਾ, ਤੇ ਫਿਰ ਕਾਹਦਾ ਮਨੁੱਖਾ ਜਨਮ ਪ੍ਰਾਪਤ ਕੀਤਾ? ਉਹ ਤਾਂ ਪਸ਼ੂਆਂ ਦੇ ਸਮਾਨ ਹੀ ਹੈ। ਬਿਰਤੀ ਤਾਂ ਪਸ਼ੂਆਂ ਲਈ ਬਣੀ ਰਹੀ, ਕਿਉਂਕਿ ਜੀਵਨ ਤਾਂ ਮਿਲਿਆ ਸੀ ਆਇਓ ਸੁਨਨ ਪੜਨ ਕੋ ਬਾਣੀ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਏ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤਾ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਰਨਾ ਤਾਂ ਆ ਸੀ, ਆਇਆ ਤਾਂ ਨਾਮ ਜਪਣ ਵਾਸਤੇ ਸੀ,
ਉਹ ਵਾਹਿਗੁਰੂ ਪਰਮੇਸ਼ਰ ਨੂੰ ਮਿਲਣ ਦੀ ਵਾਰੀ ਪ੍ਰਾਪਤ ਹੋਈ ਸੀ। ਮਨੁੱਖਾ ਜਨਮ ਦਿੱਤਾ 84 ਲੱਖ ਜੂਨਾਂ ਦਾ ਲੰਬਾ ਪੈਂਡਾ ਤੈਅ ਕਰਕੇ, ਇੰਨਾ ਸਫ਼ਰ ਕੀਤਾ, ਪਤਾ ਨਹੀਂ ਕਿੰਨਾ ਸਮਾਂ ਲੱਗਿਆ, 84 ਲੱਖ ਜੂਨਾਂ ਦੇ ਵਿੱਚੋਂ ਲੰਘਦਾ ਹੋਇਆ ਇੰਨਾ ਸਫ਼ਰ ਤੈਅ ਕਰਕੇ ਮਨੁੱਖਾ ਜਨਮ ਤੱਕ ਪਹੁੰਚਿਆ। ਤੇ ਇਹਨੂੰ ਪਾ ਕੇ ਜੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਨੇ ਸਿਮਰਦਾ ਤੇ ਕਾਹਦਾ ਮਨੁੱਖ ਹੈ। ਉਹਦੀ ਬਿਰਤੀ ਤਾਂ ਪਸ਼ੂਆਂ ਵਾਲੀ ਰਹੀ। ਮਨੁੱਖਾ ਜਨਮ ਨੂੰ ਪਾ ਕੇ ਜੇ ਉਹਨੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਨਹੀਂ ਸਿਮਰਿਆ, ਨਾਨਕ ਸਫਲ ਜਨਮ ਜਾਂ ਨਾਮ ਕਰਤਾਰ ਦਾ। ਕਿੰਨਾ ਦਾ ਜਨਮ ਸਫਲ ਹੈ? ਜਿਨ੍ਹਾਂ ਦੀ ਰਸਨਾ ਦੇ ਉੱਤੇ ਕਰਤਾਰ ਦਾ ਨਾਮ ਹੈ, ਜਿਹੜੇ ਹਰ ਵਕਤ ਜਪਦੇ ਨੇ ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ। ਤਿਨ ਧਨ ਜਨੇ ਦੀ ਮਾਉ ਆਏ ਸਫਲ ਸੇ, ਉਹਨਾਂ ਦਾ ਆਉਣਾ ਸਫਲ ਹੈ, ਉਹਨਾਂ ਦਾ ਜਨਮ ਧਨ ਹੈ ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸਿਮਰਦੇ ਰਹੇ ਨੇ, ਜਿਹੜੇ ਕਰਤਾਰ ਨੂੰ ਚਿੱਤ ਵਿੱਚ ਵਸਾ ਕੇ ਰੱਖਦੇ ਨੇ। ਉਹਨਾਂ ਦੇ ਬਾਬਤ ਸਾਹਿਬ ਜੀ ਕਹਿੰਦੇ ਸਫਲ ਸਫਲ ਭਾਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਧਾ। ਉਹਨਾਂ ਦੇ ਆਉਣ ਜਾਣ ਦਾ ਚੱਕਰ ਮੁੱਕ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਜੀਵਨ ਦੀ ਯਾਤਰਾ ਨੂੰ ਸਫਲ ਕਰ ਲੈਂਦੇ ਨੇ ਜਿਹੜੇ ਕਰਤਾਰ ਨੂੰ ਚਿੱਤ ਵਿੱਚ ਵਸਾਉਂਦੇ ਹਨ। ਚੌਪਈ ਚਾਰ ਕਕਾਰ ਸੰਗ ਨੇ ਕਰੇ। ਪਾਤਸ਼ਾਹ ਜੀ ਹੁਣ ਚਾਰ ਕੱਕਿਆਂ ਦੀ ਗੱਲ ਕਰਦੇ ਨੇ। ਹੁਣ ਅੱਗੇ ਕਹਿੰਦੇ ਚਾਰ ਜਿਹੜੇ ਕੱਕੇ ਨੇ, ਇਹਨਾਂ ਚਾਰ ਕੱਕਿਆਂ ਦਾ ਸਿੱਖ ਨੇ ਭੁੱਲ ਕੇ ਵੀ ਕਦੇ ਸੰਗ ਨਹੀਂ ਕਰਨਾ। ਜੋ ਨਰ ਕਰੇ ਨਰਕ ਮੈਂ ਪਾਰੇ। ਜਿਹੜਾ ਇਹਨਾਂ ਦਾ ਸੰਗ ਕਰੇਗਾ ਉਹ ਨਰਕਾਂ ਦੀ ਅੱਗ ਵਿੱਚ ਸੜੇਗਾ, ਨਰਕਾਂ ਦੇ ਵਿੱਚ ਪਵੇਗਾ। ਜਿਹੜਾ ਇਹਨਾਂ ਚਾਰ ਕੱਕਿਆਂ ਦਾ ਸੰਗ ਕਰੇਗਾ। ਕਾਮੀ ਕਪਟੀ ਕਲਹੀ ਕੂਰ। ਕਾਮੀ ਕਾਮ ਵਾਸ਼ਨਾ ਵਾਲਾ, ਕਪਟੀ ਜਿਹੜਾ ਹਿਰਦੇ ਦੇ ਅੰਦਰ ਕਪਟ ਧਾਰਨ ਕਰਨ ਵਾਲਾ, ਕਲਾ ਜਿਹੜਾ ਕਲੇਸ਼ ਕਰਨ ਵਾਲਾ, ਤੇ ਜਿਹੜਾ ਝੂਠ ਹੈ ਕੂੜ ਬੋਲਣ ਵਾਲਾ, ਝੂਠ ਬੋਲਣ ਵਾਲਾ। ਚਾਰ ਕੱਕੇ ਜਿਹੜੇ ਚਾਰ ਕੱਕਿਆਂ ਦੇ ਧਾਰਨੀ ਨੇ ਕਿਹੜੇ? ਕਾਮੀ, ਕਪਟੀ ਕਪਟ ਰੱਖਣ ਵਾਲੇ, ਤੇ ਕਲੇਸ਼ ਕਰਨ ਵਾਲੇ, ਤੇ ਝੂਠ ਬੋਲਣ ਵਾਲੇ, ਕੂੜ ਬੋਲਣ ਵਾਲੇ ਜਿਹੜੇ ਨੇ। ਕਹਿੰਦੇ ਚਾਰ ਕੱਕਿਆਂ ਦਾ ਭੁੱਲ ਕੇ ਵੀ ਸਿੱਖ ਨੇ ਸੰਗ ਨਹੀਂ ਕਰਨਾ। ਇਨਕੋ ਜਾਣ ਰਹੇ ਨਿਤ ਦੂਰ। ਕਹਿੰਦੇ ਇਹਨਾਂ ਨੂੰ ਜਾਣਦਿਆਂ ਹੋਇਆ ਇਹਨਾਂ ਤੋਂ ਦੂਰੀ ਬਣਾ ਕੇ ਰੱਖਣੀ ਹੈ। ਸਾਖਤ ਸੰਗ ਨਾ ਕੀਜੀਐ ਦੂਰ ਹੈ ਜਾਈਐ ਭਾਗ। ਕਹਿੰਦੇ ਦੂਰੋਂ ਹੀ ਵੇਖ ਕੇ ਇਹਨਾਂ ਤੋਂ ਪਰੇ ਦੂਰ ਹੋ ਜਾਣਾ, ਇਹਨਾਂ ਦੇ ਨੇੜੇ ਨਹੀਂ ਜਾਣਾ। ਇਹਨਾਂ ਦਾ ਸਿੱਖ ਨੇ ਸੰਗ ਨਹੀਂ ਕਰਨਾ, ਦੂਰੀ ਬਣਾ ਕੇ ਰੱਖਣੀ ਹੈ। ਇਮ ਕੈ ਕਲਗੀ ਧਰ ਉਠ ਖਰੇ। ਇਸ ਪ੍ਰਕਾਰ ਦੇ ਨਾਲ ਗੁਰਸਿੱਖਾਂ ਨੂੰ ਇਹ ਉਪਦੇਸ਼ ਦੇ ਕੇ ਸਤਿਗੁਰੂ ਪਾਤਸ਼ਾਹ ਕਲਗੀਧਰ ਪਿਤਾ ਜੀ ਆਪਣੇ ਆਸਣ ਤੋਂ ਉੱਠੇ ਹਨ। ਸੁੰਦਰ ਮੰਦਰ ਮੈਂ ਚੱਲ ਬਰੇ। ਤੇ ਸੋਹਣੇ ਸੁੰਦਰ ਦੇ ਮਹਿਲਾਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਚਾਲੇ ਪਾ ਦਿੱਤੇ, ਸੋਹਣੇ ਸੁੰਦਰ ਮਹਿਲਾਂ ਵੱਲ ਚਲੇ ਗਏ। ਸਿੱਖ ਆਪਨੇ ਥਾਨ ਸਿਧਾਰੇ। ਤੇ ਜਿਹੜੇ ਗੁਰੂ ਕੇ ਸਿੱਖ ਸਨ ਉਹਨਾਂ ਵੀ ਆਪੋ ਆਪਣੇ ਸਥਾਨਾਂ ਨੂੰ ਜਿੱਥੇ ਜਿੱਥੇ ਘਰ ਸਨ ਘਰਾਂ ਵੱਲ ਚਾਲੇ ਪਾ ਦਿੱਤੇ। ਗੁਰੂ ਕਰਮ ਕੋ ਹਿਰਦੈ ਚਿਤਾਰੇ। ਤੇ ਗੁਰੂ ਪਾਤਸ਼ਾਹ ਜੀ ਦਾ ਦਿੱਤਾ ਹੋਇਆ ਜਿਹੜਾ ਉਪਦੇਸ਼ ਹੈ ਉਹਨੂੰ ਹਿਰਦੇ ਦੇ ਵਿੱਚ ਚਿਤਾਰਦੇ ਹਨ। ਬਹੁਰ ਏਕ ਦਿਨ ਸਭਾ ਮਝਾਰੇ। ਤੇ ਸਤਿਗੁਰੂ ਪਾਤਸ਼ਾਹ ਜੀ ਦੀ ਇੱਕ ਦਿਨ ਸਭਾ ਲੱਗੀ ਹੋਈ ਹੈ। ਸਭਾ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਬੈਠੇ ਹੋਏ ਸਨ। ਗੁਰ ਬੈਠੇ ਸੇਵਕ ਪਰਵਾਰੇ। ਤੇ ਸਿੱਖ ਸਤਿਗੁਰੂ ਪਾਤਸ਼ਾਹ ਜੀ ਆਪਣੇ ਆਸਨਾਂ ਤੇ ਸੁਭਾਏਮਨ ਸਨ। ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪਣੇ ਤਖਤਾਂ ਤੇ ਸੁਭਾਏਮਨ ਨੇ। ਆਪ ਸਾਰੀਆਂ ਪਿਆਰ ਵਾਲੀਆਂ ਸੰਗਤਾਂ ਆਲੇ ਦੁਆਲੇ ਜੁੜ ਬੈਠੇ ਹੋ।
ਇਸੇ ਤਰ੍ਹਾਂ ਆਲੇ ਦੁਆਲੇ ਗੁਰੂ ਕੇ ਸਿੱਖ ਜੁੜ ਬੈਠੇ ਸਨ। ਬੋਲਿਓ ਏਕ ਸਿੱਖ ਤਿਸ ਕਾਲਾ। ਉਸ ਵਕਤ ਇੱਕ ਸਿੱਖ ਬੋਲਿਆ, ਗੁਰੂ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਪੌਜਲ ਤਰਬੇ ਜਤਨ ਸੁਖਾਲਾ। ਕਹਿਣ ਲੱਗਾ, ਪਾਤਸ਼ਾਹ ਜੀ ਸੰਸਾਰ ਭੌਜਲ ਨੂੰ ਤਰਨ ਦਾ ਕਿਹੜਾ ਸੁਖਾਲਾ ਰਸਤਾ ਹੈ? ਇਹਨੂੰ ਸੌਖਿਆਂ ਕਿਵੇਂ ਤਰਿਆ ਜਾ ਸਕਦਾ ਹੈ? ਕਿਵੇਂ ਸੁਖੈਨ ਨੂੰ ਉਤਰ ਸਕੀਦਾ, ਉਹ ਦੱਸਣਾ ਕਰੋ। ਸਤਿਗੁਰ ਜੀ ਤੁਮ ਕਰੋ ਉਚਾਰਨ। ਇਹ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਕੇ ਆਪ ਜੀ ਆਪਣੇ ਮੁਖ ਤੋਂ ਉਚਾਰਨ ਕਰਕੇ ਦੱਸੋ ਕਿ ਸੰਸਾਰ ਸਾਗਰ ਨੂੰ ਸੌਖਿਆਂ ਕਿਵੇਂ ਤਰੀਦਾ ਹੈ। ਜਿਸ ਕੋ ਸੁਨ ਸਿੱਖ ਕਰ ਹੈ ਧਾਰਨ। ਤੇ ਜਿਸ ਉਪਦੇਸ਼ ਨੂੰ ਸੁਣ ਕਰਕੇ ਆਪ ਜੀ ਦੇ ਮੁਖ ਤੋਂ ਉਪਦੇਸ਼ ਸਰਵਨ ਕਰਕੇ ਆਪ ਜੀ ਦੇ ਜਿਹੜੇ ਸਿੱਖ ਨੇ ਉਹ ਹਿਰਦੇ ਵਿੱਚ ਧਾਰਨ ਕਰਨ, ਉਹਦੀ ਕਮਾਈ ਕਰਨ। ਸ਼ਾਸਤਰਨ ਕੇ ਪੰਡਤ ਜੋਈ। ਪਾਤਸ਼ਾਹ ਜੀ ਜਿਹੜੇ ਸ਼ਾਸਤਰਾਂ ਦੇ ਗਿਆਤਾ ਨੇ, ਵਿਦਵਾਨ ਨੇ, ਜਿਹੜੇ ਪੰਡਤ ਨੇ, ਜਿਨ੍ਹਾਂ ਨੇ ਸ਼ਾਸਤਰ ਪੜ੍ਹੇ ਹੋਏ ਹਨ, ਮਾਰਗ ਬਿਖਮ ਬਤਾਵੇਂ ਤੇ। ਉਹ ਤਾਂ ਬੜਾ ਕਠਿਨ ਮਾਰਗ ਦੱਸਦੇ ਨੇ। ਉਹ ਤੇ ਦੱਸਦੇ ਨੇ ਕਿ ਸੰਸਾਰ ਸਾਗਰ ਨੂੰ ਭਵਜਲ ਨੂੰ ਤਰਨਾ ਬਹੁਤ ਕਠਿਨ ਹੈ, ਸੌਖਾ ਨਹੀਂ ਹੈ। ਇਹਨੂੰ ਤਰਨਾ ਬਹੁਤ ਕਠਿਨ ਹੈ। ਜਿਨ੍ਹਾਂ ਨੇ ਸ਼ਾਸਤਰ ਪੜ੍ਹੇ ਨੇ, ਜਿਹੜੇ ਸ਼ਾਸਤਰਾਂ ਦੇ ਗਿਆਤਾ ਨੇ, ਉਹ ਵਿਦਵਾਨ ਜਿਹੜੇ ਪੰਡਤ ਇਸ ਪ੍ਰਕਾਰ ਦੇ ਨਾਲ ਦੱਸਦੇ ਹਨ। ਸੁਨਤ ਸਭਾ ਮੈਂ ਕਯੋ ਕਿਰਪਾਲਾ। ਤੇ ਹੁਣ ਸਭਾ ਦੇ ਵਿੱਚ ਜਿੰਨੇ ਸਾਰੇ ਸਿੱਖ ਸੰਗਤਾਂ ਬੈਠੀਆਂ ਨੇ, ਜਦੋਂ ਸਿੱਖ ਨੇ ਇਸ ਪ੍ਰਕਾਰ ਦੇ ਨਾਲ ਕਿਹਾ, ਸੁਣ ਕਰਕੇ ਕਲਗੀਧਰ ਦਸ਼ਮੇਸ਼ ਪਿਤਾ ਜੀ ਬੋਲੇ, ਕਹਿਣ ਲੱਗੇ, ਤਰਨ ਉਪਾਓ ਵਿਸਾਲ ਸੁਖਾਲਾ। ਕਹਿਣ ਲੱਗੇ, ਸੰਸਾਰ ਸਾਗਰ ਨੂੰ ਤਰਨਾ, ਮੁਕਤ ਹੋਣਾ ਬਹੁਤ ਸੁਖਾਲਾ ਹੈ, ਬਹੁਤ ਸੌਖਾ ਮਾਰਗ ਹੈ, ਕਠਿਨ ਨਹੀਂ ਹੈ, ਬੜਾ ਸੁਖਾਲਾ ਹੈ ਇਸ ਨੂੰ ਤਰਨਾ। ਤੰਦਾ ਤਾਵਤ ਜਬ ਰਹਿ ਗਿਆ। ਤੰਦਾ ਤਾਵਤ ਜਬ ਰਹਿ ਗਿਆ, ਕਹਿੰਦੇ ਜਿਹਦਾ ਮਨ ਧੰਦਿਆਂ ਵਿੱਚੋਂ ਹਟ ਗਿਆ। ਧੰਦਾ ਧਾਵਤ ਦਿਨ ਗਿਆ, ਜਦੋਂ ਧੰਦਿਆਂ ਵਿੱਚ ਪਿਆ ਦਿਨ ਬਤੀਤ ਹੋ ਗਿਆ, ਰਾਤ ਸੌਂ ਕੇ ਲੰਘ ਗਈ, ਤਾਂ ਉਹਦੇ ਲਈ ਤਾਂ ਆਪ ਹੀ ਕਠਿਨ ਹੈ। ਉਹ ਕਿਵੇਂ ਤਰੇਗਾ ਸੰਸਾਰ ਸਾਗਰ ਨੂੰ? ਕਹਿੰਦੇ ਜਿਹਦਾ ਮਨ ਧੰਦਿਆਂ ਵਿੱਚੋਂ ਹਟ ਗਿਆ। ਕਿਉਂਕਿ ਇਹ ਨਹੀਂ ਪਾਤਸ਼ਾਹ ਕਹਿ ਰਹੇ ਕਿ ਧੰਦਾ ਨਹੀਂ ਕਰਨਾ, ਕਰਨਾ ਹੈ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਹੁਣ ਭਗਤ ਰਵਿਦਾਸ ਜੀ, ਜਿੰਨੇ ਵੀ ਭਗਤ ਸਾਹਿਬਾਨ ਹੋਏ ਨੇ, ਉਹ ਕਿਰਤੀ ਹੋਏ ਨੇ, ਜਿਨ੍ਹਾਂ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਦਰਜ ਕੀਤੀ, ਉਹ ਸਾਰੇ ਕਿਰਤੀ ਸਨ। ਕਿਰਤੀ ਭਗਤਾਂ ਦੀ ਬਾਣੀ ਦਰਜ ਕੀਤੀ। ਹੁਣ ਭਗਤ ਰਵਿਦਾਸ ਜੀ, ਹੁਣ ਉਹ ਕਿਰਤੀ ਨੇ, ਕਿਰਤ ਕਰਦੇ ਨੇ, ਤੇ ਉਹਨਾਂ ਨੇ, ਕਿਉਂਕਿ ਅੱਜ ਕੱਲ ਕੀ ਵੇਖਦੇ ਆ ਕਿ ਧਰਮ ਧੰਦਾ ਬਣਦਾ ਜਾ ਰਿਹਾ ਹੈ, ਪਰ ਉਹ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਨੇ, ਉਹ ਧੰਦੇ ਨੂੰ ਧਰਮ ਬਣਾ ਲੈਂਦੇ ਨੇ, ਧਰਮ ਦੀ ਕਮਾਈ ਕਰਦੇ ਨੇ। ਦਸਾਂ ਨੌਆਂ ਦੇ ਕਿਰਤ ਕਰਦੇ ਆ, ਸੁਰਤ ਨੂੰ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਜੋੜ ਕੇ ਰੱਖਦੇ ਨੇ। ਹੁਣ ਜੇ ਕੋਈ ਭਗਤ ਰਵਿਦਾਸ ਜੀ ਕੋਲ ਜਾਂਦਾ ਹੈ, ਜਿੱਥੇ ਉਹ ਜੋੜੇ ਗੰਢਦੇ ਨੇ, ਤੇ ਉਹ ਜਾਣ ਵਾਲੇ ਦਾ ਮਨ ਵੀ ਪਰਮੇਸ਼ਰ ਨਾਲ ਗੰਢ ਦਿੰਦੇ ਨੇ। ਤੇ ਜੇ ਕੋਈ ਕਬੀਰ ਜੀ ਦੇ ਕੋਲ ਜਾਂਦਾ ਹੈ, ਤੇ ਜਿੱਥੇ ਉਹ ਕੱਪੜਾ ਬੁਣਦੇ ਨੇ, ਉੱਥੇ ਮਨ ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਨਾਲ ਬੁਣ ਦਿੰਦੇ ਨੇ, ਜੋੜ ਦਿੰਦੇ ਨੇ। ਨਾਮਦੇਵ ਜੀ ਜੇ ਕੱਪੜਾ ਰੰਗਦੇ ਨੇ, ਤੇ ਗਏ ਹੋਏ ਦਾ ਮਨ ਵੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਰੰਗ ਵਿੱਚ ਰੰਗ ਦਿੰਦੇ ਨੇ। ਉਹ ਪਰਮੇਸ਼ਰ ਦੇ ਪਿਆਰਿਆਂ ਦਾ ਜਿਹੜਾ ਧੰਦਾ, ਉਹ ਧਰਮ ਬਣ ਜਾਂਦਾ ਹੈ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ, ਜਿਹਦਾ ਮਨ ਧੰਦਿਆਂ ਵਿੱਚੋਂ ਹਟ ਗਿਆ, ਧੰਦਾ ਧਾਵਤ ਰਹਿ ਗਏ, ਮਨ ਮੈਂ ਸ਼ਬਦ ਆਨੰਦ। ਧੰਦਿਆਂ ਦੇ ਵਿੱਚੋਂ ਮਨ ਹਟ ਗਿਆ ਤੇ ਹਿਰਦੇ ਦੇ ਵਿੱਚ ਸ਼ਬਦ ਦਾ ਵਾਸ ਹੋ ਗਿਆ। ਸ਼ਬਦ ਦਾ ਵਾਸ ਹੋਣ ਦੇ ਨਾਲ ਹਿਰਦੇ ਅੰਦਰ ਆਨੰਦ ਵਰਤ ਗਿਆ। ਬਹੁਰ ਕਯੋ ਸੀਤਲ ਮਨ ਭਇਆ। ਤਾਪ ਪਾਪ ਸਭ ਮਿਟੇ, ਰੋਗ ਸੀਤਲ ਮਨ ਭਇਆ। ਜਿਹਦਾ ਮਨ ਧੰਦਿਆਂ ਵਿੱਚੋਂ ਹਟ ਗਿਆ, ਪਰਮੇਸ਼ਰ ਨਾਲ ਸੁਰਤ ਜੁੜ ਗਈ, ਹਿਰਦੇ ਵਿੱਚ ਸ਼ਬਦ ਦਾ ਵਾਸ ਹੋ ਗਿਆ, ਉਹਦੇ ਤਾਪ ਪਾਪ ਜਿੰਨੇ ਸਾਰੇ ਰੋਗ ਨੇ ਉਹ ਚਲੇ ਜਾਂਦੇ ਨੇ। ਸੀਤਲ ਮਨ ਪਿਆ, ਹਿਰਦਾ ਜਿਹੜਾ ਉਹ ਸ਼ੀਤਲਤਾ ਦੇ ਨਾਲ ਭਰ ਜਾਂਦਾ, ਹਿਰਦੇ ਅੰਦਰ ਸ਼ੀਤਲਤਾ ਆ ਜਾਂਦੀ ਹੈ। ਤ੍ਰਿਤੀ ਬੇਰ ਗੁਰਬਾਕ ਬਖਾਨਾ। ਤੀਜੀ ਵਾਰੀ ਗੁਰੂ ਪਾਤਸ਼ਾਹ ਜੀ ਜਦੋਂ ਬੋਲੇ, ਕਹਿਣ ਲੱਗੇ, ਪੰਬੀਰੀ ਕੇ ਪਾਖ ਸਮਾਨਾ। ਪੰਭੀਰੀ ਕੇ ਪਾਦ ਪਰਦੋ ਬਿਨ ਪੇਖੇ ਦੁਰਾਇਓ। ਕਹਿੰਦੇ ਜਿਹੜੀ ਪੰਭੀਰੀ ਆ, ਆਪਾਂ ਵੇਖਦੇ ਆ, ਉਹਦਾ ਜਿਹੜਾ ਪੰਖ ਹੁੰਦਾ ਬੜਾ ਪਤਲਾ ਜਿਹਾ ਹੁੰਦਾ।
ਕਹਿੰਦੇ ਉਸ ਪਤਲੇ ਜੇ ਖੰਭ ਵਰਗਾ ਜਿਹੜਾ ਪਤਲਾ ਪਰਦਾ ਹੈ, ਕੋਈ ਵਸਤੂ ਹੋਵੇ ਵੇਖਣ ਵਾਲੀ ਤੇ ਉਹਦੇ ਵਿੱਚ ਉਹ ਭੰਬੀਰੀ ਦੇ ਪਰਦੇ ਵਰਗਾ ਜਿਹੜਾ ਖੰਭ ਵਰਗਾ ਪਤਲਾ ਪਰਦਾ ਹੋਵੇ ਤੇ ਉਹ ਵਸਤੂ ਸਾਨੂੰ ਪਰਦੇ ਦੇ ਕਾਰਨ ਨਜ਼ਰ ਨਹੀਂ ਆਉਂਦੀ। ਹੁਣ ਹਾਲਤ ਤਾਂ ਇਹ ਬਣੀ ਹੋਈ ਹੈ, ਵਾਹਿਗੁਰੂ ਪਰਮੇਸ਼ਰ ਸਾਡੇ ਹਿਰਦੇ ਅੰਦਰ ਵਸ ਰਿਹਾ ਹੈ, ਪਰ ਹਉਮੈ ਦਾ ਸੂਖਸ਼ਮ ਪਰਦਾ ਬਣਿਆ ਹੋਇਆ ਹੈ, ਉਹਦੇ ਕਰਕੇ ਪਰਮੇਸ਼ਰ ਨਜ਼ਰ ਨਹੀਂ ਆ ਰਿਹਾ। ਅਸੀਂ ਬਾਹਰ ਭਟਕਦੇ ਫਿਰਦੇ ਹਾਂ, ਸਾਡੀ ਬਿਰਤੀ ਬਾਹਰ ਮੁਖੀ ਹੈ, ਅੰਤਰਮੁਖੀ ਨਹੀਂ ਹੁੰਦੀ। ਪਾਤਸ਼ਾਹ ਜੀ ਤਾਂ ਕਹਿੰਦੇ ਵੀ ਹਰ ਰੋਜ਼ ਆਪਣੇ ਦਿਲ ਨੂੰ ਖੋਜਣਾ ਕਰ ਬੰਦੇ, ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਏ। ਆਪਣੇ ਦਿਲ ਨੂੰ ਖੋਜ, ਉਹ ਤਾਂ ਤੇਰੇ ਅੰਦਰ ਹੈ। ਫਰੀਦ ਸਾਹਿਬ ਵੀ ਕਹਿੰਦੇ ਨੇ, ਫਰੀਦਾ ਜੰਗਲ ਜੰਗਲ ਕਿਆ ਭਵੇਂ, ਵਣ ਕੰਡਾ ਮੋੜੇ ਹੈ, ਵਸੀ ਰੱਬ ਹੇਆਲੀ ਹੈ, ਜੰਗਲ ਕਿਆ ਢੂੰਡੇ। ਕਹਿੰਦੇ ਉਹ ਜਿਹੜਾ ਭੰਬੀਰੀ ਹੈ, ਉਹਦਾ ਜਿਹੜਾ ਸੂਖਸ਼ਮ ਜਿਹਾ ਖੰਭ ਹੈ, ਉਹਦੇ ਵਰਗਾ ਪਤਲਾ ਪਰਦਾ ਵਿੱਚ ਪਿਆ ਹੋਣ ਕਰਕੇ ਜਿਹੜੀ ਵਸਤੂ ਨਜ਼ਰ ਆਉਣ ਵਾਲੀ ਹੈ ਉਹ ਨਜ਼ਰ ਨਹੀਂ ਆਉਂਦੀ, ਦੂਰ ਦਿਖਾਈ ਦਿੰਦੀ ਹੈ। ਪਰਦੋ ਅਤ ਸੂਖਮ ਬਿਰਮਾਇਓ, ਤੇ ਬੜਾ ਉਹ ਸੂਖਸ਼ਮ ਪਰਦਾ ਹੈ, ਸੂਖਸ਼ਮ ਪਰਦਾ ਹੋਣ ਦੇ ਕਾਰਨ ਵਾਹਿਗੁਰੂ ਪਰਮੇਸ਼ਰ ਹਿਰਦੇ ਵਿੱਚ ਨਜ਼ਰ ਨਹੀਂ ਆਉਂਦਾ। ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਜਿਹੜੇ ਉਸ ਮਾਰਗ ਤੇ ਚੱਲਦੇ ਨੇ, ਉਹ ਦੱਸਦੇ ਨੇ, ਇੱਕ ਵਾਰੀ ਇੱਕ ਸਿੰਘ ਨਾਲ ਬਚਨ ਹੋਇਆ, ਉਹ ਦੱਸਦਾ ਕਿ ਮਹਾਂਪੁਰਸ਼ਾਂ ਦੀ ਸਤ ਸੰਗਤ ਕਰਨ ਦਾ ਮੌਕਾ ਮਿਲਿਆ ਤੇ ਬਚਨ ਕੀਤਾ ਉਹਨਾਂ ਨਾਲ ਕਿ ਆਪ ਜੀ ਨੂੰ ਲੰਬਾ ਸਮਾਂ ਹੋ ਗਿਆ ਭਗਤੀ ਕਰਦੇ ਆ, ਵੀ ਆਪ ਜੀ ਤਾਂ ਸਾਖਸ਼ਾਤ ਪਰਮੇਸ਼ਰ ਦੇ ਦਰਸ਼ਨ ਕੀਤੇ ਹੋਣਗੇ। ਤੇ ਉਹ ਕਹਿਣ ਲੱਗੇ ਕਈ ਵਾਰੀ ਕੀ ਹੁੰਦਾ, ਕਈ ਜਨਮ ਵੀ ਬੀਤ ਜਾਂਦੇ ਨੇ, ਕਈ ਵਾਰੀ ਹੁੰਦਾ ਹੈ ਕੋਈ ਸਮਾਂ ਲੱਗਦਾ ਹੀ ਨਹੀਂ, ਬੜੀ ਛੇਤੀ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ, ਤੇ ਕਈ ਵਾਰੀ ਕਈ ਜਨਮ ਵੀ ਲੱਗ ਜਾਂਦੇ ਨੇ, ਨਹੀਂ ਪ੍ਰਾਪਤ ਹੁੰਦਾ। ਕਹਿੰਦੇ ਕਈ ਵਾਰੀ ਪਰਮੇਸ਼ਰ ਦੇ ਐਨ ਸਾਖਸ਼ਾਤ ਨਜ਼ਦੀਕ ਪਹੁੰਚ ਕੇ ਸੂਖਸ਼ਮ ਮਾਤਰ ਵੀ ਮਨ ਅੰਦਰ ਹਉਮੈ ਆ ਗਈ ਤੇ ਫਿਰ 0 ਪੁਆਇੰਟ ਤੇ ਉੱਥੇ ਆ ਖੜੀ ਦਾ, ਉਨੀ ਮਿਹਨਤ ਫਿਰ ਕਰਨੀ ਪੈਂਦੀ ਹੈ। ਕਹਿੰਦੇ ਉਹ ਬਰੀਕ ਪਰਦਾ ਅੰਦਰ ਪਿਆ ਹੋਣ ਕਰਕੇ ਉਹ ਜਿਹੜੀ ਵਸਤੂ ਹੈ, ਭਾਵ ਪਰਮੇਸ਼ਰ ਨਜ਼ਰ ਨਹੀਂ ਆਉਂਦਾ। ਬਿਨ ਦੇਖੇ ਜਾਣੇ ਦੁਰਾਇਓ, ਤੇ ਦੇਖੇ ਬਿਨਾ ਦੇਖੇ ਉਹ ਹੁਣ ਦੂਰ ਲੱਗਦੀ ਹੈ। ਹੁਣ ਪਰਮੇਸ਼ਰ ਤਾਂ ਸਾਡੇ ਅੰਦਰ ਹੈ ਨਾ, ਸਾਨੂੰ ਨਜ਼ਰ ਨਹੀਂ ਆ ਰਿਹਾ ਤੇ ਅਸੀਂ ਵੇਖਦੇ ਹਾਂ ਪਤਾ ਨਹੀਂ ਕਿੰਨੀ ਕੁ ਦੂਰ ਪਰਮੇਸ਼ਰ ਰਹਿੰਦਾ, ਕਿੱਥੇ ਹੈ। ਤੇ ਹੁਣ ਅੱਜ ਵੀ ਸਵੇਰੇ ਭਗਤ ਰਵਿਦਾਸ ਜੀ ਦਾ ਸ਼ਬਦ ਸੀ ਕਿ ਹੱਥ ਤੋਂ ਵੀ ਨੇੜੇ ਆਓ, ਤਾਂ ਕਹਿ ਰਵਿਦਾਸ ਹੱਥ ਪੈ ਨੇੜੇ ਸਹਿਜੇ ਹੋਏ ਸੋ ਹੋਈ, ਹੈ ਉਹ ਸਾਡੇ ਨੇੜੇ, ਪਰ ਸੂਖਸ਼ਮ ਰੂਪੀ ਪਰਦਾ ਪਿਆ ਹੋਣ ਕਰਕੇ ਉਹ ਸਾਨੂੰ ਦੂਰ ਨਜ਼ਰ ਆਉਂਦਾ ਹੈ। ਦੂਰ ਜਦੋਂ ਨਜ਼ਰ ਨਾ ਆਉਂਦੀ ਹੋਵੇ, ਪਰਦਾ ਪਿਆ ਹੋਵੇ ਤੇ ਵਸਤੂ ਦੂਰ ਦਿਸਦੀ ਹੈ। ਤੀਨ ਪ੍ਰਮਾਨ ਬਖਾਨੇ ਜਬੇ, ਇਸ ਪ੍ਰਕਾਰ ਦੇ ਨਾਲ 3 ਪ੍ਰਮਾਣ ਜਦੋਂ ਗੁਰੂ ਪਾਤਸ਼ਾਹ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਦੱਸਣਾ ਕੀਤੇ, ਨਿਕਟ ਸਭਾ ਸਭ ਸੁਨਤੇ ਸਬੈ, ਤੇ ਹੁਣ ਸਭਾ ਦੇ ਵਿੱਚ ਜਿੰਨੇ ਵੀ ਬੈਠੇ ਸਨ ਸਾਰਿਆਂ ਨੇ ਬੜੇ ਧਿਆਨ ਦੇ ਨਾਲ ਗੁਰੂ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਸੁਣਿਆ ਹੈ। ਬੌਰ ਕਿਰਪਾ ਕਰ ਗੁਰੂ ਉਚਾਰਾ, ਤੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਉਚਾਰਨ ਕੀਤਾ, ਸੁਨ ਸਿੱਖਾ ਪੁਨ ਤਰਨ ਸੁਖਾਰਾ। ਕਹਿਣ ਲੱਗੇ ਸਿੱਖਾ ਇਹ ਸੰਸਾਰ ਸਾਗਰ ਨੂੰ ਤਰਨਾ ਕਠਨ ਨਹੀਂ, ਬਹੁਤ ਸੁਖਾਲਾ ਹੈ, ਬਹੁਤ ਸੁਖਾਲਾ ਹੈ, ਕਿਉਂਕਿ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ। ਜਿਹੜੇ ਸ਼ਰਧਾ ਕਰਕੇ ਸੇਵਦੇ ਨੇ ਨਾ, ਸਿਮਰਦੇ ਨੇ, ਫਿਰ ਗੁਰੂ ਕਿਰਪਾ ਕਰਕੇ ਉਹਨਾਂ ਨੂੰ ਪਾਰ ਉਤਾਰ ਦਿੰਦਾ, ਇਸ ਸੰਸਾਰ ਸਾਗਰ ਨੂੰ ਤਰ ਜਾਂਦੇ ਨੇ। ਅੱਗੇ ਪਾਤਸ਼ਾਹ ਜੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਮਹਾਤਮ ਦੱਸ ਰਹੇ ਨੇ ਕਿ ਕਿਵੇਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸਿਮਰ ਕਰਕੇ ਇਸ ਸੰਸਾਰ ਸਾਗਰ ਨੂੰ ਸੌਖਿਆਂ ਹੀ ਤਰ ਜਾਈਦਾ। ਜਿਵੇਂ ਆਪ ਜੀ ਨੇ ਪਿੱਛੇ ਗੂਜਰੀ ਦੀ ਕਥਾ ਆਪ ਜੀ ਨੂੰ ਗਿਆਨੀ ਜੀ ਸਰਵਣ ਕਰਾ ਰਹੇ ਸਨ ਕਿ ਪੰਡਤ ਜਨ ਉਹ ਮੰਦਰ ਚੋਂ ਕਥਾ ਕਰ ਰਿਹਾ ਸੀ ਕਿ ਰਾਮ ਦਾ ਨਾਮ ਜਪਦਿਆਂ ਸੰਸਾਰ ਸਾਗਰ ਨੂੰ ਤਰ ਜਾਈਦਾ। ਤੇ ਉਹ ਗੋਜਰੀ ਨੇ ਇੱਕ ਦਿਨ ਸੋਚਿਆ ਕਿ ਮੈਂ ਨਦੀ ਵਿੱਚ ਰੋਜ਼ ਕਿਸ਼ਤੀ 'ਚ ਚੜ੍ਹ ਕੇ ਲੰਘਦੀ ਹਾਂ, ਕਿਉਂ ਨਾ ਰਾਮ ਦਾ ਨਾਮ ਜਪ ਕੇ ਲੰਘ ਜਾਵਾਂ। ਆਪ ਜੀ ਨੇ ਸਰਵਣ ਕੀਤੀ ਪਿੱਛੇ ਵਿਸਾਖੀ। ਇਸ ਕਰਕੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਦਾ ਮਹਾਤਮ ਕੀ ਹੈ, ਗੁਰੂ ਪਾਤਸ਼ਾਹ ਜੀ ਦੱਸ ਰਹੇ ਨੇ ਕਿ ਕਿਵੇਂ ਸੰਸਾਰ ਸਾਗਰ ਨੂੰ ਤਰਿਆ ਜਾ ਸਕਦਾ ਹੈ। ਆਪ ਜੀ ਅਗਲੇਰੇ ਪ੍ਰਕਰਣ ਦੇ ਅੰਦਰ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਇੱਥੇ ਹੀ ਪ੍ਰਕਰਣ ਨੂੰ ਸੰਕੋਚਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਵਾਚਦੇ ਹਾਂ, ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਗੁਰੂ ਪਾਤਸ਼ਾਹ, ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਭੁੱਲਾਂ ਨਾ ਚਿਤਾਰਨੀਆਂ।
ਆਸੀਸ ਬਖਸ਼ਣੀ ਸਤਿਗੁਰੂ ਪਾਤਸ਼ਾਹ ਜੀ ਅੱਗੇ ਲਈ ਸੁਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ। 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 ਏ ਅਚੁਤ ਹੈ ਪਾਰ ਬ੍ਰਹਮਾ ਅਬਨਾਸੀ ਅਗਨਾਸ। ਏ ਪੂਰਨ ਹੈ ਸਰਬ ਮੈਂ ਪੰਜਨ ਗੁਣ ਤਾਸ। ਏ ਸੰਗੇ ਹੈ ਨਿਰੰਕਾਰ ਨਿਰਗੁਣ ਸਭ ਟੇਕ। ਏ ਗੋਬਿੰਦ ਹੈ ਗੁਣ ਨਿਧਾਨ ਕੇ ਸਦਾ ਪਵੇ। ਏ ਅਪਰੰਪਰ ਹਰ ਹਰੇ ਹੈ ਪੀਓ ਅਣਿਆਰ। ਏ ਸੰਤ ਕੈ ਸਦਾ ਸੰਗ ਦਾਰਾ ਆਧਾਰ। ਏ ਠਾਕੁਰ ਹਉ ਦਸਰੋ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜਾ ਨਾਮ ਦਾਨ ਰਾਖੋਈਐ ਪਰੋ। ਆਏ ਪ੍ਰਭ ਸ਼ਰਨਾਗਤੀ ਨਿਧ ਦਿਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਆਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ। ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰਨ ਆਰ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ। ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰਨ ਆਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।